ਵਾਹਿਗੁਰੂ ਸਾਹਿਬ ਜੀਓ। ਜਿਉ ਭਾਵੈ ਤਿਉ ਰਾਖ, ਹਰ ਪ੍ਰਭ ਤੇਰਿਆ। ਕੀਤੇ ਗਣੋ ਅਸੰਖ, ਅਵਗਾਨ ਮੇਰਿਆ। ਅਸੰਖਿ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਬੇਸ਼ੁਮਾਰ ਅਥਹ ਅਗਾਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਰਹੁ ਖਾਸਮ ਭੇਜਿਆ, ਸਚੈ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਬਾਬੀਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹਿ ਪਾਏ। ਅਨ ਧਨ ਬਹੁਤਾ ਉਪਜੈ, ਧਰਤੀ ਸੋਭਾ ਪਾਏ। ਤੁਰਹੁ ਖਾਸਮ ਭੇਜਿਆ, ਸਚੈ ਹੁਕਮ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਤੀਜੇ ਪਾਤਸ਼ਾਹ ਪੱਲਿਆਂ ਦੀ ਬੰਸ ਦੀ ਅਵਤੰਸ, ਤੇਰੀ ਉਪਮਾ ਤੋਂ ਹੀ ਬਣ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 56 ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅਗਲੇ ਸ਼ਲੋਕਾਂ ਦੀ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਰਹੁ ਖਾਸਮ ਭੇਜਿਆ, ਸਚੈ ਹੁਕਮ ਪਠਾਏ। ਪਿੱਛੇ ਜੋ ਪ੍ਰਕਰਨ ਚੱਲਿਆ ਆ ਰਿਹਾ ਹੈ, ਉਹ ਬਬੀਹੇ ਪੰਛੀ ਦਾ ਹੈ। ਉਸੇ ਪ੍ਰਕਰਨ ਦੇ ਵਿੱਚ ਹੀ ਹਾਜ਼ੂਰ ਨੇ ਇਹ ਅਗਲੇ ਕੁਝ ਸ਼ਲੋਕ ਉਚਾਰਨ ਕੀਤੇ ਹਨ। ਬਾਬੀਹਾ ਪ੍ਰਿਉ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ,
ਫਿਰ ਆਖਿਆ ਸੀ, ਬਾਬੀਹਾ ਤੂੰ ਸਹਿਜ ਬੋਲ, ਸੱਚਾ ਸ਼ਬਦ ਸੁਭਾਏ। ਹੁਣ ਅੱਗੇ ਫਰਮਾਉਂਦੇ ਹਨ, ਤੁਰਹੋ ਖਸਮ ਭੇਜਿਆ ਸੱਚਾ ਹੁਕਮ ਪਠਾਏ। ਐ ਮਨ ਰੂਪੀ ਪਪੀਹੇ, ਐ ਗੁਰਮੁਖ ਜਨੋ, ਉਹ ਸੱਚੇ ਖਸਮ ਮਾਲਕ ਨੇ ਤੁਰ ਦਰਗਾਹ ਤੋਂ ਹੁਕਮ ਭੇਜਿਆ ਹੈ, ਤੇ ਉਸੇ ਹੁਕਮ ਦੇ ਅਧੀਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਸਰੂਪ ਬੱਦਲ ਨੂੰ ਭੇਜਿਆ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਤੀਰਕ ਦੇਵੈ ਸਹਿਜ ਸੁਭਾਏ। ਇੰਦਰਾ ਨੂੰ ਫਰਮਾਇਆ, ਮੀਂਹ ਵੁੱਠਾ ਸ਼ਹਿਬਰ ਲਾਏ। ਉਸ ਪ੍ਰਕਰਨ ਦੇ ਮੁਜਬ ਹਜ਼ੂਰ ਫਰਮਾਉਂਦੇ ਨੇ, ਐ ਗੁਰਮੁਖੋ, ਉਹ ਸੱਚੇ ਮਾਲਕ ਵਾਹਿਗੁਰੂ ਨੇ ਤੁਰ ਦਰਗਾਹ ਤੋਂ ਹੁਕਮ ਭੇਜਿਆ। ਉਸੇ ਹੁਕਮ ਦੇ ਅਨੁਸਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਸਰੂਪ ਬੱਦਲ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਹੁਣ ਗੁਰੂ ਸਰੂਪ ਬੱਦਲ ਦਇਆ ਕਰਕੇ ਵਰਸ ਰਿਹਾ ਹੈ, ਮੇਰਾਂ ਦਾ ਮੀਂਹ ਵਰਸਾ ਰਿਹਾ ਹੈ। ਗੂੜੀ ਸ਼ਹਿਬਰ ਲਾਏ, ਬੜੀ ਗੂੜੀ ਝੜੀ ਲਾ ਕੇ ਵਰਸ ਰਿਹਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਨਿਵਾਜ ਸਤਿਗੁਰੂ ਜੀ, ਗੁਰਬਾਣੀ ਦੇ ਪਾਠ ਦਾ ਕੀ ਮਹਾਤਮ ਹੈ? ਤਾਂ ਹਜ਼ੂਰ ਕਹਿਣ ਲੱਗੇ, ਜਿਵੇਂ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਖੂਹ ਲਾਇਆ ਹੋਵੇ, ਟਿਊਬਵੈੱਲ ਲਾਇਆ ਹੋਵੇ, ਜਦੋਂ ਉਸ ਨੂੰ ਲੋੜ ਹੁੰਦੀ ਹੈ ਉਹ ਆਪਣੀ ਫਸਲ ਨੂੰ ਸਿੰਜ ਲੈਂਦਾ ਅਤੇ ਆਪਣਾ ਖੇਤ ਹਰਾ ਭਰਾ ਕਰ ਲੈਂਦਾ। ਫਿਰ ਦੂਜੇ ਸਿੱਖ ਨੇ ਪੁੱਛਿਆ, ਮਹਾਰਾਜ ਕੀਰਤਨ ਦੀ ਕੀ ਮਹੱਤਤਾ ਹੈ? ਤਾਂ ਹਜ਼ੂਰ ਕਹਿਣ ਲੱਗੇ, ਉਹ ਛੜਾਕੇ ਦਾ ਮੀਂਹ ਹੈ। ਛੜਾਕੇ ਦਾ ਮੀਂਹ ਇੱਕਦਮ ਹੀ ਵਰਦਾ ਹੈ, ਮੋਟੀ ਮੋਟੀ ਕਣੀ ਧਰਤੀ 'ਤੇ ਡਿੱਗਦੀ ਹੈ। ਇੱਕੋ ਵਾਰੀ ਇੰਨਾ ਪਾਣੀ ਧਰਤੀ 'ਤੇ ਡਿੱਗ ਪੈਂਦਾ ਹੈ, ਧਰਤੀ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ। ਫਿਰ ਕੁਝ ਉਹ ਪਾਣੀ ਧਰਤੀ ਵਿੱਚ ਸੰਜਰਦਾ ਹੈ ਅਤੇ ਕੁਝ ਪਾਣੀ ਰੁੜ ਜਾਂਦਾ ਹੈ। ਗੁਰਬਾਣੀ ਦਾ ਕੀਰਤਨ ਛੜਾਕੇ ਦਾ ਮੀਂਹ ਹੈ। ਕੁਝ ਗੁਰਬਾਣੀ ਦੀ ਸਮਝ ਲੱਗਦੀ ਹੈ ਜਗਿਆਸੂਆਂ ਨੂੰ, ਸਰੋਤਿਆਂ ਨੂੰ, ਅਤੇ ਕੁਝ ਪੈਣ ਅੱਗੇ ਵਹਿ ਜਾਂਦਾ, ਨਹੀਂ ਪਤਾ ਲੱਗਦਾ। ਤੀਜੇ ਸਿੱਖ ਨੇ ਪੁੱਛਿਆ, ਮਹਾਰਾਜ ਗੁਰਬਾਣੀ ਦੀ ਕਥਾ ਦਾ ਕੀ ਮਹਾਤਮ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਝੜੀ ਦਾ ਮੀਂਹ ਹੈ। ਝੜੀ ਦੇ ਮੀਂਹ ਦੀ ਕਣੀ ਭਾਵੇਂ ਬਹੁਤ ਬਾਰੀਕ, ਬੜੀ ਸੂਖਮ ਹੁੰਦੀ ਹੈ, ਪਰ ਜਿਵੇਂ ਜਿਵੇਂ ਉਹ ਬੂੰਦ ਧਰਤੀ 'ਤੇ ਡਿੱਗਦੀ ਹੈ, ਉਹ ਧਰਤੀ ਦੇ ਵਿੱਚ ਹੀ ਡੂੰਘੀ ਸੰਜਰਦੀ ਜਾਂਦੀ ਹੈ। ਝੜੀ ਦੇ ਮੀਂਹ ਦੇ ਨਾਲ ਧਰਤੀ ਵੀ ਤ੍ਰਿਪਤ ਹੋ ਜਾਂਦੀ ਹੈ। ਜਿਹੜੇ ਧਰਤੀ ਵਿੱਚ ਬੜੇ ਚਿਰਾਂ ਦੇ ਬੀਜ ਬੋਏ ਹੁੰਦੇ ਨੇ, ਉਸ ਝੜੀ ਦੇ ਪਾਣੀ ਦੇ ਨਾਲ, ਝੜੀ ਦੇ ਮੀਂਹ ਦੇ ਨਾਲ ਉਹ ਵੀ ਹਰੇ ਭਰੇ ਹੋ ਜਾਂਦੇ ਨੇ, ਅਤੇ ਵਾਯੂਮੰਡਲ ਵੀ ਠੰਡਾ ਠਾਰ ਹੋ ਜਾਂਦਾ ਹੈ। ਸਾਰੇ ਪਾਸੇ ਸ਼ਾਂਤੀ ਵਰਤ ਜਾਂਦੀ ਹੈ। ਸੋ ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਸਤਿਗੁਰੂ ਬੱਦਲ ਨੇ ਮੇਰਾਂ ਦੇ ਘਰ ਆ ਕੇ ਨਾਮ ਬਾਣੀ ਦੀ ਬਰਖਾ ਕਰਦੇ ਨੇ, ਅਤੇ ਫਿਰ ਗੂੜੀ ਝੜੀ ਲਾ ਕੇ ਵਰਸਦੇ ਨੇ। ਬੜੀ ਰੀਝ ਦੇ ਨਾਲ ਪਾਵਨ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ,
ਤੇ ਸਾਰੇ ਮਾਈ ਭਾਈ ਪ੍ਰਸੰਨ ਹੋ ਜਾਂਦੇ ਹਨ। ਬਾਬੀਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹਿ ਪਾਏ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਜਗਿਆਸੂ ਰੂਪ ਬਬੀਹਾ ਪੰਛੀ ਹੈ ਜਾਂ ਤਤ ਬੂੰਦ ਮੋਹਿ ਪਾਏ, ਜਦੋਂ ਸਤਿਗੁਰੂ ਉਹਦੇ ਮੂੰਹ ਦੇ ਵਿੱਚ ਤਤ ਬੂੰਦ ਤੋਂ ਭਾਵ ਹੈ ਸਵੰਤੀ ਬੂੰਦ। ਉਹ ਕਿਹੜੀ ਸਵੰਤੀ ਬੂੰਦ ਹੈ? ਜੋ ਗੁਰੂ ਦਾ ਦੀਖਿਆ ਮੰਤਰ ਹੈ, ਜਿਸ ਦੁਆਰਾ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਤਤ ਬੂੰਦ ਨਾਮ ਹੈ, ਸਵੰਤੀ ਬੂੰਦ ਗੁਰੂ ਦੀਖਿਆ ਹੈ। ਜਦੋਂ ਜਗਿਆਸੂ ਦੇ ਮੂੰਹ ਦੇ ਵਿੱਚ ਨਾਮ ਦੀ ਸਵੰਤੀ ਬੂੰਦ ਪੈ ਜਾਂਦੀ ਹੈ, ਫਿਰ ਉਹਦੇ ਤਨ ਤੇ ਮਨ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਅਨ ਧਨ ਬਹੁਤਾ ਉਪਜੈ, ਧਰਤੀ ਸੋਭਾ ਪਾਏ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਮੀਂਹ ਵਰਸਣ ਦੇ ਨਾਲ ਅੰਨ ਧਨ ਵੀ ਬਹੁਤਾ ਪੈਦਾ ਹੁੰਦਾ ਹੈ ਤੇ ਧਰਤੀ ਵੀ ਸੋਭਾ ਪਾਉਂਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਸਭ ਨੂੰ ਬੜੀ ਸੁੰਦਰ ਲੱਗਦੀ ਹੈ। ਅਥਵਾ ਅੰਨ ਧਨ ਬਹੁਤਾ ਉਪਜੇ, ਸ਼ੁਭ ਗੁਣਾਂ ਦਾ ਅੰਨ ਤੇ ਨਾਮ ਦਾ ਧਨ ਬਹੁਤਾ ਪੈਦਾ ਹੋ ਜਾਂਦਾ ਹੈ ਤੇ ਗੁਰਮੁਖਾਂ ਦੀ ਬੁੱਧੀ ਰੂਪੀ ਧਰਤੀ ਵੀ ਸ਼ੁਭ ਗੁਣਾਂ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤੇ ਬੜੀ ਸੋਭਾ ਨੂੰ ਪ੍ਰਾਪਤ ਕਰਦੀ ਹੈ। ਅਨ ਦਿਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਏ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਮੀਂਹ ਵਰਸਦਾ ਹੈ ਲੋਕਾਂ ਨੂੰ ਵੇਲ ਮਿਲ ਜਾਂਦਾ ਹੈ, ਕਿਸਾਨ ਵੀ ਖੁਸ਼ ਹੁੰਦੇ ਨੇ। ਜਿਹੜੇ ਧਾਰਮਿਕ ਹੁੰਦੇ ਨੇ, ਆਸਕ ਹੁੰਦੇ ਨੇ, ਗੁਰੂ ਦੇ ਪਿਆਰ ਵਾਲੇ ਕਿਸਾਨ ਹੁੰਦੇ ਨੇ, ਉਹ ਫਿਰ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰਦੇ ਨੇ। ਦੁਨੀਆ ਬਾਣੀ ਪੜ੍ਹਦੀ ਹੈ, ਰੱਬ ਦਾ ਨਾਂ ਲੈਂਦੀ ਹੈ। ਗੁਰ ਕਾ ਸ਼ਬਦ ਸਮਾਏ, ਕਿਵੇਂ ਭਗਤੀ ਕਰਦੇ ਨੇ ਗੁਰਮੁਖ ਜਨ? ਗੁਰੂ ਕੇ ਸ਼ਬਦ ਵਿੱਚ ਲੀਨ ਹੋ ਕੇ। ਸਤਿਗੁਰੂ ਦੀ ਬਾਣੀ ਗੁਰੂ ਕਾ ਸ਼ਬਦ ਹੈ। ਉਹ ਗੁਰਬਾਣੀ ਵਿੱਚ ਸੁਰਤ ਨੂੰ ਲੀਨ ਕਰਕੇ ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜਾਏ। ਫਿਰ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪ ਹੀ ਬਖਸ਼ ਲੈਂਦਾ ਹੈ। ਭਾਵ ਉਹਨਾਂ ਦੀਆਂ ਪਿਛਲੀਆਂ ਗਲਤੀਆਂ ਨੂੰ, ਭੁੱਲਾਂ ਨੂੰ ਵਾਹਿਗੁਰੂ ਮੁਆਫ ਕਰ ਦਿੰਦਾ। ਕਰ ਕਿਰਪਾ ਕਰੈ ਰਜਾਏ, ਤੇ ਫਿਰ ਵਾਹਿਗੁਰੂ ਕਿਰਪਾ ਕਰਕੇ ਕਰੈ ਰਜਾਏ, ਫਿਰ ਉਹਨਾਂ ਨੂੰ ਤ੍ਰਿਪਤ ਕਰ ਦਿੰਦਾ ਹੈ, ਰਜਾ ਦਿੰਦਾ ਹੈ। ਤੇ ਦੂਜਾ ਅਰਥ ਇਹ ਵੀ ਕੀਤਾ, ਕਰ ਕਿਰਪਾ ਕਰੈ ਰਜਾਏ, ਉਹ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਰਜਾ ਕਰ ਦਿੰਦਾ, ਆਪ ਹੀ ਵਾਹਿਗੁਰੂ ਆਗਿਆ ਦੇ ਦਿੰਦਾ ਹੈ ਕਿ ਗੁਰਮੁਖੋ ਤੁਸੀਂ ਹੁਣ ਸਿਮਰਨ ਭਗਤੀ ਕਰੋ, ਤੁਸੀਂ ਹੁਣ ਨਾਮ ਜਪੋ, ਤੁਸੀਂ ਸੇਵਾ ਕਰੋ, ਤੁਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹਰ ਗੁਣ ਗਾਵਹੁ ਕਾਮਣੀ, ਸਚੈ ਸ਼ਬਦ ਸਮਾਏ। ਐ ਕਾਮਣੀ ਇਸਤਰੀ, ਜੀਵ ਰੂਪ ਇਸਤਰੀ, ਤੁਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾਓ। ਜੀਵ ਇਸਤਰੀ ਹੈ, ਇਹਦਾ ਪਤੀ ਅਕਾਲ ਪੁਰਖ ਹੈ। ਜਿੰਦ ਨੂੰ ਉਪਦੇਸ਼ ਦਿੰਦੇ ਨੇ ਵੀ ਐ ਜਿੰਦੇ, ਤੂੰ ਉਸ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਗਾ। ਕਿਵੇਂ ਗਾਵਾਂ? ਸੱਚਾ ਸ਼ਬਦ ਸਮਾਏ, ਸੱਚੇ ਸ਼ਬਦ ਵਿੱਚ ਲੀਨ ਹੋ ਕੇ। ਭਾਵ ਇਹ ਨਾ ਹੋਵੇ ਅਸੀਂ ਬਾਣੀ ਪੜ੍ਹੀਏ, ਸਾਡਾ ਧਿਆਨ ਮਾਇਆ ਵੱਲ ਹੋਵੇ, ਕੀਰਤਨ ਕਰੀਏ ਤੇ ਨੋਟ ਹੀ ਗਿਣੀ ਜਾਈਏ, ਐਸਾ ਨਹੀਂ ਹੋਣਾ ਚਾਹੀਦਾ। ਸੱਚਾ ਸ਼ਬਦ ਸਮਾਏ, ਸੱਚੇ ਸ਼ਬਦ ਵਿੱਚ ਲੀਨ ਹੋ ਕੇ ਸਭ ਕੁਝ ਭੁੱਲ ਜਾਵੇ, ਇਸ ਢੰਗ ਦੇ ਨਾਲ ਕੀਰਤਨ ਕਰਿਆ ਕਰੋ। ਭੈ ਕਾ ਸਹਿਜ ਸਿਗਾਰ ਕਰਿਓ, ਸੱਚ ਰਹੋ ਲਿਵ ਲਾਏ। ਲਓ, ਜੇ ਤੁਸੀਂ ਵਾਹਿਗੁਰੂ ਦੇ ਦਰ ਪ੍ਰਵਾਨ ਹੋਣਾ ਚਾਹੁੰਦੀਆਂ ਹੋ, ਭੈ ਕਾ ਸਹਿਜ ਸਿਗਾਰ ਕਰਿਓ, ਵਾਹਿਗੁਰੂ ਦੇ ਨਿਰਮਲ ਭੈ ਦਾ ਸੁਤੇ ਸਿੱਧ ਸ਼ਿੰਗਾਰ ਕਰਿਓ।
ਭੈ ਦਾ ਸ਼ਿੰਗਾਰ, ਭੈ ਕੀਆ ਦੇਹ ਸਿਲਾਈਆ ਨੈਣੀ, ਭਾਵ ਕਾ ਕਰ ਸੀਗਾਰੋ। ਭੈ ਤੇ ਭਾਵ ਦੋ ਸ਼ਬਦ ਨੇ। ਨਿਰਮਲ ਭੈ ਭਾਵ ਅਕਾਲ ਪੁਰਖ ਵਾਹਿਗੁਰੂ ਦਾ ਅਦਬ ਸਤਿਕਾਰ ਮਨ ਦੇ ਵਿੱਚ ਰੱਖਣਾ, ਕਦੇ ਕੋਈ ਅਣਗਹਿਲੀ ਨਹੀਂ ਕਰਨੀ, ਕਦੇ ਕੋਈ ਕੁਤਾਹੀ ਨਹੀਂ ਕਰਨੀ। ਇਹ ਨਿਰਮਲ ਭੈ ਦਾ ਅਤੇ ਸਹਿਜ ਗਿਆਨ ਦਾ ਸ਼ਿੰਗਾਰ ਕਰਿਓ। ਸੱਚ ਰਹੋ ਲਿਵ ਲਾਏ, ਤੇ ਸੱਚੇ ਵਾਹਿਗੁਰੂ ਦੇ ਵਿੱਚ ਅਥਵਾ ਸੱਚੇ ਨਾਮ ਦੇ ਵਿੱਚ ਚਿਤ ਬਿਰਤੀ ਨੂੰ ਜੋੜੀ ਰੱਖਿਓ। ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਲਏ ਛੜਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਮ ਦੁਆਰਾ ਫਿਰ ਨਾਮੀ ਵੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਕਿਉਂ? ਨਾਮ ਦੇ ਵਿੱਚ ਹੀ ਨਾਮੀ ਦਾ ਨਿਵਾਸ ਹੈ। ਹੁਣ ਸਾਡੇ ਨਾਮ ਦੇ ਵਿੱਚ ਵੀ ਆਪਣਤ ਹੈ। ਜਦੋਂ ਕੋਈ ਸਾਡਾ ਨਾਮ ਲੈ ਕੇ ਬੁਲਾਉਂਦਾ ਹੈ, ਉਸੇ ਵੇਲੇ ਅਸੀਂ ਵੀ ਚੁਕੰਨੇ ਹੋ ਜਾਂਦੇ ਵੀ ਸਾਨੂੰ ਕੋਈ ਬੁਲਾ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਹਾਂ ਤੇ ਨਾਮੀ ਨੂੰ ਜਾ ਕੇ ਉਹ ਟੁੰਬਦਾ ਹੈ। ਇਸੇ ਲਈ ਹਾਜ਼ੂਰ ਕਹਿੰਦੇ, ਉਹ ਨਾਮ ਦੁਆਰਾ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ ਹੈ। ਹਰ ਦਰਗਾਹ ਲੈ ਛਡਾਏ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਨੂੰ ਜਮਾਂ ਤੋਂ ਛੁਡਾ ਲੈਂਦਾ ਹੈ। ਜਿਵੇਂ ਸਤਿਗੁਰੂ ਦੇ ਬਚਨ ਨੇ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਹਰ ਦਰਗਾਹ ਲੈ ਛਡਾਇਓ। ਵਾਹਿਗੁਰੂ ਹੀ ਹੈ ਜੋ ਪਰਮੇਸ਼ਰ ਦੀ ਦਰਗਾਹ ਵਿੱਚ ਸਾਨੂੰ ਜਮਾਂ ਤੋਂ ਛੁਡਾ ਸਕਦਾ ਹੈ। ਬਾਬੀਹਾ ਸਗਲੀ ਧਰਤੀ ਜੇ ਫਿਰਹਿ, ਊੜ ਚੜ੍ਹੈ ਆਕਾਸ। ਲਉਣ ਫੇਰ ਜਗਿਆਸੂ ਨੂੰ ਗੁਰੂ ਮਹਾਰਾਜ ਬਬੀਹੇ ਪੰਛੀ ਦੁਆਰਾ ਹੀ ਉਪਦੇਸ਼ ਦਿੰਦੇ ਨੇ। ਐ ਜਗਿਆਸੂ, ਜੇ ਤੂੰ ਸਾਰੀ ਧਰਤੀ ਤੇ ਭਟਕਦਾ ਰਵੇਂ ਤਾਂ ਵੀ ਤੈਨੂੰ ਸ਼ਾਂਤੀ ਨਹੀਂ ਮਿਲ ਸਕਦੀ। ਊੜ ਚੜ੍ਹੇ ਆਕਾਸ਼, ਜੇ ਤੂੰ ਉੱਡ ਕੇ ਆਕਾਸ਼ਾਂ ਵਿੱਚ ਚੜ੍ਹ ਜਾਵੇਂ ਤੇ ਫਿਰ ਵੀ ਤੈਨੂੰ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ। ਅੰਤਰੀ ਭਾਵ ਇਹ ਹੈ, ਬਾਬੀਹਾ ਸਗਲੀ ਧਰਤੀ ਜੇ ਫਿਰੈ। ਐ ਜਗਿਆਸੂ ਰੂਪ ਪਪੀਹੇ, ਜੇ ਤੂੰ ਸਾਰੀ ਧਰਤੀ ਤੇ ਵੀ ਚੱਕਰ ਲਾਉਂਦਾ ਫਿਰੇ ਤਾਂ ਵੀ ਤੇਰੇ ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਊੜ ਚੜ੍ਹੇ ਆਕਾਸ਼, ਜੇ ਉੱਡ ਕੇ ਆਕਾਸ਼ ਸਵਰਗ ਵਿੱਚ ਚਲਿਆ ਜਾਵੇਂ, ਉੱਪਰਲੇ ਮੰਡਲਾਂ ਦੇ ਵਿੱਚ ਵੀ ਚਲਿਆ ਜਾਵੇਂ, ਤੇ ਉੱਥੇ ਜਾ ਕੇ ਵੀ ਤੈਨੂੰ ਕਦੇ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਕੁਛ ਵਿਦਵਾਨਾਂ ਨੇ ਆਕਾਸ਼ ਦਾ ਅਰਥ ਦਸਵਾਂ ਦੁਆਰ ਵੀ ਕੀਤਾ। ਜੇ ਤੂੰ ਪ੍ਰਾਣਾਯਾਮ ਕਰਕੇ 10ਵੇਂ ਦੁਆਰ ਦੇ ਵਿੱਚ ਵੀ ਚਲਿਆ ਜਾਵੇਂ, ਉੱਥੇ ਵੀ ਚੜ੍ਹ ਜਾਵੇਂ, ਤੇ ਉੱਥੇ ਜਾ ਕੇ ਵੀ ਤੈਨੂੰ ਆਤਮਕ ਸ਼ਾਂਤੀ ਨਹੀਂ ਪ੍ਰਾਪਤ ਹੋਵੇਗੀ। ਕਿਉਂ? ਸਤਿਗੁਰ ਮਿਲਿਆ ਜਲ ਪਾਈਏ। ਸੱਚੇ ਸਤਿਗੁਰੂ ਨੂੰ ਮਿਲਣ ਕਰਕੇ ਹੀ ਅਸਲੀ ਜਿਹੜਾ ਨਾਮ ਦਾ ਜਲ ਹੈ ਉਹ ਪ੍ਰਾਪਤ ਹੁੰਦਾ। ਇਸ ਧਰਤੀ ਤੇ ਜਿੱਥੇ ਮਰਜ਼ੀ ਅਸੀਂ ਚੱਕਰ ਲਾ ਲਈਏ, ਆਕਾਸ਼ਾਂ ਵਿੱਚ ਵੀ ਉਡਾਰੀਆਂ ਮਾਰ ਲਈਏ, ਪਰ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਚੂਕੈ ਭੂਖ ਪਿਆਸ, ਫੇਰ ਹੀ ਆਸਾ ਤ੍ਰਿਸ਼ਨਾ ਦੀ ਭੁੱਖ ਤੇ ਪਿਆਸ ਨਾਸ ਹੁੰਦੀ ਹੈ। ਜੀਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੈ ਪਾਸ। ਲੋ, ਸਾਡੀ ਜਿੰਦ, ਸਾਡਾ ਸਰੀਰ ਸਭ ਉਸੇ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਸਭ ਕੁਝ ਤਿਸ ਕੈ ਪਾਸ, ਹੋਰ ਵੀ ਸਾਰਾ ਕੁਝ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੈ। ਜਿੰਦ ਤੇ ਪਿੰਡ ਦਾ ਸਾਨੂੰ ਉਸਨੇ ਦਿੱਤਾ ਹੀ ਦਿੱਤਾ ਹੈ। ਜੇ ਕੋਈ ਹੋਰ ਵੀ ਚੀਜ਼ ਚਾਹੀਦੀ ਹੈ ਨਾ, ਤਾਂ ਹਾਜ਼ੂਰ ਕਹਿੰਦੇ ਉਹ ਵੀ ਸਭ ਕੁਝ, ਹਰ ਪਦਾਰਥ ਉਸ ਵਾਹਿਗੁਰੂ ਦੇ ਪਾਸ ਹੈ। ਜਿਤੜੇ ਫਲ ਮਨ ਬੰਸ਼ੀਐ, ਤਿਤੜੇ ਸਤਿਗੁਰ ਪਾਸ। ਜੋ ਵੀ ਕੁਝ ਸਾਨੂੰ ਚਾਹੀਦਾ
ਉਹ ਪਰਮੇਸ਼ਰ ਤੋਂ ਮਿਲ ਸਕਦਾ ਹੈ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਵਾਹਿਗੁਰੂ ਜਾਣੀ ਜਾਣ ਹੈ, ਬਿਨਾਂ ਬੋਲਿਆਂ ਤੋਂ ਸਭ ਕੁਝ ਜਾਣਦਾ ਹੈ। ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੇ। ਉਹਦੇ ਮੂਹਰੇ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਅੰਤਰਜਾਮੀ ਜੋ ਹੋਇਆ, ਬਿਨਾਂ ਬੋਲਿਆਂ ਤੋਂ ਸਭ ਕੁਝ ਜਾਣਦਾ ਹੈ। ਕਿਸ ਆਗੇ ਕੀਚਾ ਅਰਦਾਸ, ਫਿਰ ਕਿਹਦੇ ਅੱਗੇ ਖਲੋ ਕੇ ਅਰਦਾਸ ਕਰੋਗੇ? ਇਹਦਾ ਮਤਲਬ ਇਹ ਹੈ, ਸਾਨੂੰ ਵਾਹਿਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ। ਵਾਹਿਗੁਰੂ ਜਾਣੀ ਜਾਣ ਹੈ, ਵਾਹਿਗੁਰੂ ਅੰਤਰਜਾਮੀ ਹੈ, ਅਤੇ ਉਹ ਸਾਡੇ ਅੰਦਰ ਦੀ ਵੇਦਨਾ ਨੂੰ ਸਮਝਦਾ ਹੈ। ਇਸ ਲਈ ਉਹਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ। ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸਭ ਘਟਾਂ ਘਟਾਂ ਦੇ ਵਿੱਚ, ਹਰ ਜੀਵ ਤੇ ਹਰ ਸਰੀਰ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਵਰਤਦਾ ਹੈ। ਸ਼ਬਦ ਕਰੇ ਪ੍ਰਗਾਸ਼, ਤੇ ਸ਼ਬਦ ਦੁਆਰਾ ਉਸ ਦਾ ਸਾਨੂੰ ਗਿਆਨ ਪ੍ਰਗਟ ਹੁੰਦਾ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਿਖੇ। ਜਿਵੇਂ ਧਰਤੀ ਹੇਠਾਂ ਪਾਣੀ ਹੈ, ਅਤੇ ਉਸ ਨੂੰ ਕੱਢਣ ਵਾਸਤੇ ਕੋਈ ਨਾ ਕੋਈ ਤਰਕੀਬ, ਕੋਈ ਜੁਗਤ 'ਤੇ ਵਰਤਣੀ ਪੈਂਦੀ ਹੈ। ਦੁੱਧ ਵਿੱਚ ਘਿਓ ਹੈ, ਉਹਨੂੰ ਵੀ ਕੱਢਣ ਵਾਸਤੇ ਕੋਈ ਢੰਗ ਤਰੀਕਾ ਲੱਭਣਾ ਪੈਂਦਾ। ਬਨਸਪਤੀ ਵਿੱਚ ਅੱਗ ਹੈ, ਉਹਨੂੰ ਵੀ ਕੱਢਣ ਵਾਸਤੇ ਕੋਈ ਨਾ ਕੋਈ ਤਰਕੀਬ 'ਤੇ ਵਰਤਣੀ ਪੈਂਦੀ ਹੈ। ਬਦਾਮਾਂ ਵਿੱਚ ਬਦਾਮ ਰੋਗਣ ਹੁੰਦਾ, ਤਿਲਾਂ ਵਿੱਚ ਤੇਲ ਹੁੰਦਾ, ਕੱਢਣ ਵਾਸਤੇ ਕੋਈ ਨਾ ਕੋਈ ਜੁਗਤ, ਕੋਈ ਤਰੀਕਾ ਢੂੰਡਣਾ ਪੈਂਦਾ। ਇਸੇ ਲਈ ਵਾਹਿਗੁਰੂ ਘਟਾਂ ਘਟਾਂ ਵਿੱਚ ਵਰਤ ਰਿਹਾ ਹੈ, ਪਰ ਗੁਰੂ ਸ਼ਬਦ ਦੁਆਰਾ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਨਾਨਕ ਤਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ। ਲਓ ਹੁਣ ਅੱਗੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਜਿਹੜੇ ਕੁਝ ਸ਼ਲੋਕ ਬਬੀਹੇ ਪੰਛੀ ਦੇ ਰੂਪ ਦੇ ਵਿੱਚ ਅਤੇ ਸਵੰਤੀ ਬੂੰਦ ਦੇ ਪ੍ਰਕਰਨ ਦੁਆਰਾ ਉਚਾਰਨ ਕੀਤੇ ਨੇ। ਹੁਣ ਬਸੰਤ ਰੁੱਤ ਦੁਆਰਾ ਕੁਝ ਸ਼ਲੋਕ ਅੱਗੇ ਉਚਾਰਨ ਹੋ ਰਹੇ ਨੇ। 6 ਰੁੱਤਾਂ ਨੇ। ਬਸੰਤ ਰੁੱਤ ਸਭ ਤੋਂ ਸਿਰਤਾਜ ਅਤੇ ਸ਼੍ਰੋਮਣੀ ਅਤੇ ਰਿਤੂ ਰਾਜ ਮੰਨੀ ਗਈ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ, ਬਸੰਤ ਰੁੱਤ ਨੂੰ ਬੜਾ ਖੇੜਾ ਹੁੰਦਾ, ਫੁੱਲ ਖਿੜਦੇ ਨੇ, ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਪਸ਼ੂ ਪੰਛੀ ਵੀ, ਜੰਗਲ ਦੇ ਜੀਵ ਵੀ ਅਤੇ ਮਨੁੱਖ ਵੀ ਬੜੇ ਪ੍ਰਸੰਨ ਹੋ ਜਾਂਦੇ ਨੇ। ਅਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜਿਹੜਾ ਆਤਮਕ ਖੇੜਾ ਹੈ, ਆਤਮਕ ਆਨੰਦ ਹੈ, ਉਹ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਇਹਦਾ ਨਿਰਣਾ ਕਰਦੇ ਨੇ। ਨਾਨਕ ਤਿਸੈ ਬਸੰਤ ਹੈ। ਗੁਰਮੁਖੋ, ਉਸ ਜਗਿਆਸੂ ਨੂੰ, ਉਸ ਗੁਰਸਿੱਖ ਨੂੰ ਹਮੇਸ਼ਾ ਲਈ ਬਸੰਤ ਖੇੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜੇ ਸਤਿਗੁਰ ਸੇਵ ਸਮਾਏ। ਜਿਹੜਾ ਸਤਿਗੁਰੂ ਦੀ ਸੇਵਾ ਦੇ ਵਿੱਚ ਲੀਨ ਹੋਇਆ ਰਵੇ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਦੀ ਸੇਵਾ ਵਿੱਚ ਜਿਹੜਾ ਲੀਨ ਹੋਇਆ ਰਵੇ, ਉਹਨੂੰ ਹਮੇਸ਼ਾ ਲਈ ਆਤਮਕ ਖੇੜਾ ਤੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹਰ ਵੁੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰਿਆਵਲ ਹੋਏ। ਹਰ ਵੁੱਠਾ ਜਦੋਂ ਵਾਹਿਗੁਰੂ ਮਿਹਰਾਂ ਦੇ ਘਰ ਵਿੱਚ ਆ ਕੇ ਵਰਸਦਾ ਹੈ, ਭਾਵ ਗੁਰੂ ਸਰੂਪ ਹੋ ਕੇ ਨਾਮ ਬਾਣੀ ਦੀ ਵਰਖਾ ਕਰਦਾ ਹੈ, ਜਿੰਨੇ ਸਰੋਤੇ ਨੇ ਸਭ ਦਾ ਮਨ ਤੇ ਤਨ ਪਰ ਫੜੈ, ਪ੍ਰਫੁੱਲਤ ਹੋ ਜਾਂਦਾ ਹੈ, ਖਿੜ ਜਾਂਦਾ ਹੈ।
ਸਭ ਜਗ ਹਰੀਆਵਲ ਹੋਏ, ਸਾਰਾ ਸੰਸਾਰ ਵੀ ਹਰਾ ਭਰਾ ਹੋ ਜਾਂਦਾ ਹੈ। ਸਾਰੀ ਧਰਤੀ ਨੂੰ ਵੀ ਸ਼ਿੰਗਾਰ ਪ੍ਰਾਪਤ ਹੋ ਜਾਂਦਾ ਹੈ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਜਦੋਂ ਵਾਹਿਗੁਰੂ ਮਿਹਰਾਂ ਦੇ ਘਰ ਆ ਕੇ ਵਰਸਦਾ ਹੈ, ਗੁਰੂ ਸਰੂਪ ਧਾਰਨ ਕਰਕੇ ਨਾਮ ਬਾਣੀ ਦਾ ਉਪਦੇਸ਼ ਦਿੰਦਾ ਹੈ, ਸਭ ਸੰਗਤਾਂ ਦੇ ਮਨ ਤੇ ਤਨ ਪ੍ਰਫੁੱਲਤ ਹੁੰਦੇ ਨੇ, ਖਿੜ ਜਾਂਦੇ ਨੇ, ਤੇ ਸਾਰਾ ਸੰਸਾਰ ਵੀ ਹਰਾ ਭਰਾ ਹੋ ਜਾਂਦਾ ਹੈ। ਸ਼ਬਦੇ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ। ਮਹਾਰਾਜ ਠੀਕ ਹੈ, ਸੇਵਾ ਦੁਆਰਾ ਵੀ ਆਨੰਦ ਪ੍ਰਾਪਤ ਹੁੰਦਾ ਹੈ। ਕੋਈ ਹੋਰ ਦੂਸਰਾ ਵੀ ਤਰੀਕਾ ਹੈ? ਹਜ਼ੂਰ ਕਹਿੰਦੇ ਭਾਈ ਹਾਂ ਹੈ। ਸ਼ਬਦ ਨਾਲ ਜੁੜੋ। ਸ਼ਬਦ ਸਦਾ ਬਸੰਤ ਹੈ। ਸ਼ਬਦ ਤੋਂ ਭਾਵ ਸਤਿਗੁਰੂ ਦੀ ਬਾਣੀ ਤੇ ਗੁਰੂ ਦਾ ਬਖਸ਼ਿਆ ਨਾਮ। ਜਦੋਂ ਤੁਸੀਂ ਨਾਮ ਬਾਣੀ ਦੇ ਨਾਲ ਜੁੜੋਗੇ, ਫਿਰ ਹਮੇਸ਼ਾ ਲਈ ਤੁਹਾਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ। ਜੇ ਤਨ ਮਨ ਹਰਿਆ ਹੋਏ, ਜਿਸ ਨਾਮ ਬਾਣੀ ਦੇ ਨਾਲ ਜਿਹੜਾ ਵੀ ਗੁਰਸਿੱਖ ਮਾਈ ਭਾਈ ਨਾਮ ਬਾਣੀ ਦੇ ਨਾਲ ਜੁੜਦਾ ਹੈ, ਉਹਦਾ ਤਨ ਤੇ ਮਨ ਹਰਾ ਭਰਾ ਹੋ ਜਾਂਦਾ ਹੈ। ਸ਼ਰਧਾ, ਭਾਵਨਾ, ਪ੍ਰੇਮ, ਭਗਤੀ ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਨਾਲ ਹਰਾ ਭਰਾ ਹੋ ਜਾਂਦਾ ਹੈ। ਨਾਨਕ ਨਾਮ ਨਾ ਵਿਸਰੈ, ਜਿਨ ਸਿਰਿਆ ਸਭ ਕੋਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਸਿਰਜਿਆ ਹੈ, ਨਾਨਕ ਨਾਮ ਨਾ ਵਿਸਰੈ। ਸਾਨੂੰ ਤੇ ਕਦੇ ਵੀ ਉਹਦਾ ਨਾਮ ਨਹੀਂ ਭੁੱਲਦਾ, ਭੁੱਲਣਾ ਵੀ ਨਹੀਂ ਚਾਹੀਦਾ। ਸੋ ਕਿਉਂ ਵਿਸਰੈ ਜੇ ਜੀਵਨ ਜੀ ਹੈ। ਉਹ ਕਿਉਂ ਭੁੱਲੇ ਸਾਨੂੰ, ਜਿਸ ਨੇ ਸਾਡੇ ਤੇ ਏਡੇ ਵੱਡੇ ਪਰਉਪਕਾਰ ਕੀਤੇ ਨੇ। ਹਜ਼ੂਰ ਕਹਿੰਦੇ ਸਾਨੂੰ ਤੇ ਕਦੀ ਵੀ ਉਹ ਵਾਹਿਗੁਰੂ ਨਹੀਂ ਭੁੱਲਦਾ, ਜਿਸ ਨੇ ਸਾਰੇ ਸੰਸਾਰ ਨੂੰ ਰਚਿਆ ਹੈ। ਨਾਨਕ ਤਿਨਾ ਬਸੰਤ ਹੈ, ਜਿਨਾ ਗੁਰਮੁਖ ਵਸਿਆ ਮਨ ਸੋਏ। ਲੋ ਗਰੀਬ ਨਿਵਾਜ ਸਤਿਗੁਰੂ ਜੀ ਨੇ ਪਹਿਲਾਂ ਸੇਵਾ ਦੁਆਰਾ ਆਨੰਦ ਪ੍ਰਾਪਤ ਹੁੰਦਾ ਹੈ, ਫਿਰ ਨਾਮ ਬਾਣੀ ਦੇ ਨਾਲ ਜੁੜ ਕੇ ਖੁਸ਼ੀਆਂ ਤੇ ਖੇੜੇ ਪ੍ਰਾਪਤ ਹੁੰਦੇ ਨੇ। ਤੇ ਹੁਣ ਅੱਗੇ ਤੀਜੇ ਪ੍ਰਕਰਨ ਦੇ ਵਿੱਚ ਹਜ਼ੂਰ ਕਹਿੰਦੇ ਉਹਨਾਂ ਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਜਾਂਦਾ ਹੈ, ਫਿਰ ਉਹਨਾਂ ਗੁਰਮੁਖਾਂ ਨੂੰ ਹਰ ਵੇਲੇ ਆਨੰਦ, ਹਰ ਵੇਲੇ ਖੁਸ਼ੀਆਂ ਤੇ ਖੇੜਿਆਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬਸੰਤ ਰੁੱਤ ਤਾਂ ਥੋੜ੍ਹੇ ਦਿਨਾਂ ਵਾਸਤੇ ਆਉਂਦੀ ਹੈ, ਪਰ ਕਿਸੇ ਸੱਜਣ ਨੇ ਲਿਖਿਆ ਹੈ, ਸਦਾ ਦੁਆਲੀ ਸਾਧਕੀ ਅੱਠੇ ਪੈਰ ਬਸੰਤ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਅੱਠੇ ਪੈਰ ਹੀ ਬਸੰਤ, ਤੇ ਨਿਤ ਦੀਵਾਲੀ ਤੋਂ ਵੱਧ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਜੋ ਦਮਦਮੀ ਟਕਸਾਲ ਦੇ 10ਵੇਂ ਮੁਖੀ ਸਨ, ਮੁਰਾਲੇ ਦੇ ਵਿੱਚ ਨਿਵਾਸ ਕਰਦੇ ਸਨ। ਦੀਵਾਲੀ ਦਾ ਦਿਨ ਆਇਆ, ਸੰਗਤਾਂ ਦਾ ਭਾਰੀ ਜੋੜ ਮੇਲਾ ਹੋਇਆ। ਸੰਗਤਾਂ ਨੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ। ਜਦੋਂ ਰਾਤ ਦਾ ਸਮਾਂ ਹੋਇਆ, ਬਹੁ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ ਤੇ ਮਹਾਂਪੁਰਖ ਆਪਣੇ ਇੱਕ ਕਮਰੇ ਦੇ ਵਿੱਚ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦੀ ਭਗਤੀ ਕਰ ਰਹੇ ਸਨ। ਕੋਈ ਸੇਵਾਦਾਰ ਆਇਆ, ਆ ਕੇ ਕਹਿਣ ਲੱਗਾ, ਮਹਾਂਪੁਰਖੋ ਬਾਹਰ ਨਿਕਲ ਕੇ ਦੇਖੋ ਕਿੰਨੀ ਸੋਹਣੀ ਦੀਪਮਾਲਾ ਹੋਈ ਹੈ। ਤਾਂ ਮਹਾਂਪੁਰਖਾਂ ਨੇ ਕੋਈ ਜਵਾਬ ਨਾ ਦਿੱਤਾ। ਭਜਨ ਵਿੱਚ ਲੱਗੇ ਸਨ, ਭਜਨ ਕਰਦੇ ਰਹੇ। ਉਹ ਸੇਵਾਦਾਰ ਕੁਝ ਸਮੇਂ ਤੋਂ ਬਾਅਦ ਗੇੜਾ ਕੱਢ ਕੇ ਫੇਰ ਆ ਗਿਆ। ਕਹਿੰਦਾ, ਮਹਾਂਪੁਰਖੋ ਬੜੀ ਸੰਗਤ ਆਈ ਹੈ, ਬੜੀ ਰੌਣਕ ਹੈ, ਬੜੀ ਸੋਹਣੀ ਦੀਪਮਾਲਾ ਹੈ, ਇੱਕ ਵਾਰੀ ਆ ਕੇ ਦੇਖ ਤਾਂ ਲਵੋ। ਮਹਾਂਪੁਰਖ ਫਿਰ ਵੀ ਕੁਝ ਨਾ ਬੋਲੇ। ਤੀਜੀ ਵਾਰੀ ਫਿਰ ਉਸਨੇ ਆ ਕੇ ਕਹਿ ਦਿੱਤਾ। ਕਈਆਂ ਦਾ ਸੁਭਾਅ ਹੁੰਦਾ ਹੈ, ਇਸ਼ਾਰਾ ਨਹੀਂ ਸਮਝਦੇ। ਕਹਿਣ ਲੱਗਾ, ਮਹਾਂਪੁਰਖੋ ਜੇ ਇੱਕ ਵਾਰੀ ਬਾਹਰ ਨਿਕਲ ਕੇ ਦੇਖ ਲਓਗੇ
ਸੰਗਤ ਦੀ ਰੌਣਕ, ਦੀਪਮਾਲਾ, ਰੋਸ਼ਨੀ, ਕਿੰਨੀ ਮਨ ਨੂੰ ਪ੍ਰਸੰਨਤਾ ਹੋਵੇਗੀ। ਇੱਕ ਵਾਰੀ ਤੇ ਬਾਹਰ ਨਿਕਲ ਕੇ ਦੇਖ ਲਵੋ। ਮਹਾਂਪੁਰਖ ਮੁਸਕਰਾਏ, ਕਹਿਣ ਲੱਗੇ, ਭਲਿਆ ਲੋਕਾ, ਜਦੋਂ ਤੋਂ ਸਾਡੇ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਸਾਡੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਮੇਸ਼ਾ ਲਈ ਨਿਵਾਸ ਕਰਦੇ ਹਨ। ਹੁਣ ਸਾਡਾ ਮਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ, ਉਹਨਾਂ ਦੇ ਨੂਰਾਨੀ ਦੀਦਾਰ ਨੂੰ ਛੱਡ ਕੇ ਹੋਰ ਕੁਝ ਵੇਖਣਾ ਹੀ ਨਹੀਂ ਚਾਹੁੰਦਾ। ਉਹ ਕਹਿਣ ਲੱਗਾ, ਨਹੀਂ ਮਹਾਰਾਜ, ਇੱਕ ਵਾਰੀ ਦੇਖ ਲੈਂਦੇ ਚੰਗਾ ਸੀ। ਮਹਾਂਪੁਰ ਕਹਿਣ ਲੱਗੇ, ਭਲਿਆ ਲੋਕਾ, ਅਸੀਂ ਤੇ ਕਦੇ ਸੂਰਜ ਤੇ ਚੰਦਰਮਾ ਨੂੰ ਨਹੀਂ ਦੇਖਿਆ। ਅੱਠੇ ਪਹਿਰ ਇਕਤਾ ਲਿਵੈ, ਮੰਨੇਨ ਹੁਕਮਾਂ ਪਾਰ। ਫਿਰ ਉਹਨਾਂ ਗੁਰਮੁਖਾਂ ਦੀ ਇਹ ਅਵਸਥਾ ਹੁੰਦੀ ਹੈ, ਅੰਧੋ ਅੰਧ ਕਣਾ ਮੈਂ ਸੋ ਪ੍ਰਭ ਡਿਠਾ ਰਾਮ। ਫਿਰ ਉਹਨਾਂ ਨੂੰ ਨਾ ਦੀਵਾਲੀ ਨਾ ਬਸੰਤ ਕੋਈ ਫਰਕ ਨਹੀਂ ਪੈਂਦਾ। ਹਮੇਸ਼ਾ ਲਈ ਉਹਨਾਂ ਨੂੰ ਖੁਸ਼ੀਆਂ ਤੇ ਖੇੜੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਹਰ ਉਠੈ ਮਨ ਤਨ ਪਰ ਫੜੈ, ਸਭ ਜਗ ਹਰਿਆ ਹੋਏ। ਜਦੋਂ ਵਾਹਿਗੁਰੂ ਮਿਹਰਾਂ ਦੇ ਘਰ ਆ ਕੇ ਵਰਸਦਾ ਹੈ, ਫਿਰ ਹਰ ਜੀਵ ਦਾ ਮਨ ਤੇ ਤਨ ਪਰ ਫੜੈ, ਪ੍ਰਫੁੱਲਤ ਹੋ ਜਾਂਦਾ ਹੈ, ਖਿੜ ਜਾਂਦਾ ਹੈ, ਵਿਕਾਸ ਵਿੱਚ ਆ ਜਾਂਦਾ ਹੈ। ਸਭ ਜਗ ਹਰਿਆ ਹੋਏ ਤੇ ਸਾਰਾ ਸੰਸਾਰ ਵੀ ਹਰਾ ਭਰਾ ਹੋ ਜਾਂਦਾ ਹੈ। ਵੱਡੜੈ ਝਾਲ ਝਲੁੰਬਲੈ, ਨਾਵੜਾ ਲਈਐ ਕਿਸ। ਇਹ 3 ਸ਼ਲੋਕਾਂ ਦੇ ਵਿੱਚ ਬਸੰਤ ਰੁੱਤ ਦਾ ਅਲੰਕਾਰ ਬਣਾ ਕੇ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ। ਤੇ ਹੁਣ ਅੱਗੇ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਸਵਾਲ ਕੀਤਾ ਹੈ, ਤੇ ਉਹਦਾ ਸਤਿਗੁਰੂ ਮਹਾਰਾਜ ਨੇ ਨਾਲ ਹੀ ਸਮਾਧਾਨ ਵੀ ਕੀਤਾ। ਸਵਾਲ ਕੀ ਕੀਤਾ ਹੈ? ਵੱਡੜਾ ਝਾਲ ਝਲੁੰਬੜੈ। ਸਤਿਗੁਰੂ ਦਾ ਹੁਕਮ ਹੈ, ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਕਿਸੇ ਗੁਰਸਿੱਖ ਨੇ ਸਵਾਲ ਕੀਤਾ, ਵੱਡੜਾ ਝਾਲ ਝਲੁੰਬੜੈ। ਵੱਡੜਾ ਝਾਲ ਝਲੁੰਬੜੈ ਦਾ ਅਰਥ ਹੈ ਵੱਡੇ ਅੰਮ੍ਰਿਤ ਵੇਲੇ, ਸਵਖਤੇ, ਬ੍ਰਹਮ ਮੁਹੂਰਤ, ਕੁਸਮ ਸਾਲੇ ਦੇ ਸਮੇਂ, ਜਦੋਂ ਸਾਰੇ ਪਾਸੇ ਹਨੇਰਾ ਤੇ ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ, ਉਸ ਵੱਡੇ ਅੰਮ੍ਰਿਤ ਵੇਲੇ ਉੱਠ ਕੇ ਨਾਵੜਾ ਲਈਏ ਕਿਸ ਮਹਾਰਾਜ, ਕਿਸ ਦਾ ਨਾਮ ਲੈਣਾ ਚਾਹੀਦਾ ਹੈ। ਕਿਉਂ? ਕਈ ਲੋਕ, ਕਈ ਦੇਵੀ ਦੇਵਤਿਆਂ ਦੇ ਉਪਾਸ਼ਕ ਵੀ ਹੁੰਦੇ ਨੇ, ਉਹਨਾਂ ਦਾ ਨਾਮ ਲੈਂਦੇ ਨੇ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਅੰਮ੍ਰਿਤ ਵੇਲੇ ਸਾਜਰੇ ਉੱਠ ਕੇ ਕਿਹਦਾ ਨਾਮ ਲਈਏ, ਕਿਹਦਾ ਨਾਮ ਜਪੀਏ? ਨਾਉ ਲਈਐ ਪਰਮੇਸ਼ਰੈ, ਭੰਨਨ ਘੜਨ ਸਮਰੱਥ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਮੁਖੋ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ। ਭੰਨਨ ਘੜਨ ਸਮਰੱਥ, ਜਿਹੜਾ ਵਾਹਿਗੁਰੂ ਸਾਰੇ ਸੰਸਾਰ ਨੂੰ ਭੰਨਣ ਵਾਸਤੇ ਤੇ ਘੜਨ ਵਾਸਤੇ ਸਰਵ ਸ਼ਕਤੀਮਾਨ ਹੈ। ਹਰਨ ਪਾਰਨ ਜਾ ਕਾ ਨੇਤਰ ਫੋਰ। ਇੱਕ ਅੱਖ ਦੇ ਫੋਰੇ ਵਿੱਚ ਹੀ ਸੰਸਾਰ ਨੂੰ ਬਣਾ ਦਿੰਦਾ ਤੇ ਢਾ ਦਿੰਦਾ। ਐਸਾ ਜੋ ਸਰਬ ਕਲਾ ਸਮਰੱਥ ਵਾਹਿਗੁਰੂ ਹੈ, ਭਾਈ ਉਹਦਾ ਨਾਮ ਜਪਣਾ ਚਾਹੀਦਾ ਹੈ। ਹਰ ਹਠ ਪੀ ਤੂੰ ਤੂੰ ਕਰਹਿ, ਬੋਲਹਿ ਭਲੀ ਬਾਣ। ਪੁਰਾਣੇ ਸਮੇਂ ਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਹਲਟ ਲਾਏ ਹੁੰਦੇ ਸਨ। ਹੁਣ ਤੇ ਉਹ ਅਲੋਪ ਹੋ ਚੁੱਕੇ ਨੇ। ਹਲਟ ਕਿਹਨੂੰ ਕਹਿੰਦੇ ਸਨ? ਪਹਿਲਾਂ ਪੁਰਾਣੇ ਬਜ਼ੁਰਗ ਜਦੋਂ ਖੇਤੀ ਕਰਦੇ ਸਨ, ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਖੂਹ ਲਾਉਂਦੇ ਸਨ, ਖੂਹ ਪੱਟਦੇ ਸਨ, ਤੇ ਫਿਰ ਉਹਨਾਂ ਖੂਹਾਂ ਦੇ ਵਿੱਚ ਹੇਠੋਂ ਜ਼ਮੀਨ ਦਾ ਪਾਣੀ ਸਿਮਕੀ ਆਉਂਦਾ ਸੀ। ਫਿਰ ਉਸ ਪਾਣੀ ਨੂੰ ਟਿੰਡਾਂ ਦੇ ਜ਼ਰੀਏ ਇੱਕ ਉੱਤੇ ਉਹ ਜੰਤਰ ਲਾਇਆ ਜਾਂਦਾ ਸੀ, ਤੇ ਉਹਦੇ ਨਾਲ ਖੂਹ ਦੇ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਸੀ। ਤੇ ਉਸ ਪਾਣੀ ਦੇ ਨਾਲ ਜ਼ਿਮੀਂਦਾਰ ਫਸਲ ਸਿੰਜਦੇ ਸਨ।
ਹੁਣ ਉਹ ਪਾਣੀ ਡੂੰਘਾ ਚਲਿਆ ਗਿਆ, ਖੂਹ ਸੁੱਕ ਗਏ ਨੇ ਅਤੇ ਹੁਣ ਟਿਊਬਵੈੱਲ ਲੱਗੇ ਨੇ। ਮੱਛੀ ਮੋਟਰਾਂ ਦੇ ਨਾਲ ਪਾਣੀ ਹੇਠੋਂ ਕੱਢਿਆ ਜਾ ਰਿਹਾ ਹੈ। ਜਿਹੜੇ ਇਸ ਵੇਲੇ ਦੇ ਵਿਗਿਆਨੀ ਨੇ, ਸੂਝਵਾਨ ਬੰਦੇ ਨੇ, ਉਹ ਇਹ ਵੀ ਗੱਲ ਕਹਿੰਦੇ ਨੇ ਵੀ ਜਿਹੜੀਆਂ ਪਾਣੀ ਦੀਆਂ 2 ਪਰਤਾਂ ਸਨ ਉਹ ਤਾਂ ਅਸੀਂ ਸਾਰੀਆਂ ਖਤਮ ਕਰ ਦਿੱਤੀਆਂ। ਹੁਣ ਤੀਜੀ ਪਰਤ ਤੋਂ ਪਾਣੀ ਸ਼ੁਰੂ ਹੋਇਆ ਹੈ, ਉਹ ਵੀ ਕੁਝ ਸਾਲਾਂ ਵਿੱਚ ਖਤਮ ਹੋ ਸਕਦੀ ਹੈ। ਅਤੇ ਫਿਰ ਉਸ ਤੋਂ ਬਾਅਦ ਕੀ ਕਰਾਂਗੇ? ਇਹ ਤਾਂ ਆਮ ਦੁਨਿਆਵੀ ਜਿਹੜੇ ਬੰਦੇ ਨੇ ਉਹਨਾਂ ਦੀ ਚਿੰਤਾ ਹੈ ਨਾ। ਪਰ ਸਤਿਗੁਰੂ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ। ਜਲ ਮੈਂ ਜਨ ਤੇ ਉਪਾਏ ਕੈ ਤਿਨਾ ਪੇ ਰੋਜੀ ਦੇ। ਫਿਕਰ ਤੇ ਵਾਹਿਗੁਰੂ ਪਰਮੇਸ਼ਰ ਨੂੰ ਹੈ, ਜਿਸ ਨੇ ਸਾਨੂੰ ਸਾਜਿਆ। ਉਹ ਸਾਰੇ ਪ੍ਰਬੰਧ ਕਰ ਦਿੰਦੇ। ਆ ਹੁਣ ਵੇਖੋ, ਜਦੋਂ ਫਸਲ ਸੁੱਕਦੀ ਹੈ ਤੇ ਸਾਰਿਆਂ ਨੂੰ ਫਿਕਰ ਪੈ ਜਾਂਦਾ ਹੈ। ਜਦੋਂ ਵਾਹਿਗੁਰੂ ਬਰਖਾ ਕਰ ਦਿੰਦਾ ਹੈ, ਮੀਂਹ ਵਰਸਦਾ ਹੈ, ਤੇ ਸਭ ਦੀ ਚਿੰਤਾ ਮੁੱਕ ਜਾਂਦੀ ਹੈ। ਵਾਹਿਗੁਰੂ ਜੋ ਵੀ ਕਰਨਾ ਚਾਹੇ ਕਰ ਸਕਦਾ ਹੈ। ਤੇ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਸੀ, ਬਾਹਰ ਟਹਿਲਣ ਵਾਸਤੇ ਗਏ ਹੋਣਗੇ। ਕੋਈ ਹਲਟ ਵਗ ਰਿਹਾ ਸੀ ਅਤੇ ਉਸ ਹਲਟ ਨੂੰ ਪਹਿਲਾਂ ਤਾਂ ਲੱਕੜ ਦੇ ਬੈੜ ਲਾਏ ਹੁੰਦੇ ਸਨ। ਇੱਕ ਗਾਂਧਲ ਜਾਂ ਗਾਂਧੀ ਹੁੰਦੀ ਸੀ, ਲੱਕੜ ਵੱਡੀ, ਉਹਦੇ ਨਾਲ ਬੈਲਾਂ ਨੂੰ ਜੋੜਿਆ ਜਾਂਦਾ ਸੀ ਅਤੇ ਉਸ ਬੈਲ ਉਸ ਨੂੰ ਖਿੱਚਦੇ ਸਨ ਅਤੇ ਉਹਦੇ ਉੱਤੇ ਟਿੰਡਾਂ ਦੀ ਮਾਲ ਚੜ੍ਹੀ ਹੁੰਦੀ ਸੀ। ਉੱਥੋਂ ਫਿਰ ਪਾਣੀ ਬਾਹਰ ਆਉਂਦਾ ਸੀ। ਇਹ ਪੁਰਾਣੇ ਹਲਟ ਹੁੰਦੇ ਸਨ। ਅਤੇ ਹੁਣ ਉਹ ਜਦੋਂ ਹਲਟ ਚੱਲਦਾ ਸੀ ਅਤੇ ਉਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ। ਜਦੋਂ ਬਲਦ ਹਲਟ ਖਿੱਚਦੇ ਸਨ, ਉਹਦੇ ਵਿੱਚੋਂ ਆਵਾਜ਼ ਆਉਂਦੀ ਸੀ, ਬੜੀ ਮਿੱਠੀ ਮਿੱਠੀ ਪੀਂ ਪੀਂ ਦੀ ਆਵਾਜ਼ ਆਉਂਦੀ ਸੀ। ਪਰ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੂੰ ਦਾ ਸਿਮਰਨ ਕਰਦੇ ਸਨ ਅਤੇ ਉਹਨਾਂ ਨੂੰ ਜਿਹੜੀ ਹਲਟ ਦੀ ਕੋਈ ਵੀ ਆਵਾਜ਼ ਆ ਰਹੀ ਸੀ ਅਤੇ ਉਹਦੇ ਵਿੱਚੋਂ ਇਉਂ ਜਾਪ ਰਿਹਾ ਸੀ ਜਿਵੇਂ ਉਹ ਵੀ ਤੂੰ ਰਾਹੀਂ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ। ਭਗਤ ਕਬੀਰ ਜੀ ਦਾ ਸਲੋਕ ਆਉਂਦਾ ਹੈ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤੱਥ ਤੂੰ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੁਛ ਢਿੱਲੇ ਹੋ ਗਏ, ਪੇਟ ਵਿੱਚ ਪਾਣੀ ਭਰਨ ਲੱਗਿਆ। ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਇਲਾਜ ਕਰ ਰਹੇ ਸਨ। ਇਹ ਚੀਫ ਖਾਲਸਾ ਦੀਵਾਨ ਦੇ ਨਾਲ ਸੰਬੰਧਿਤ ਸਨ। ਉਹ ਵੀ ਨਾਮ ਅਭਿਆਸੀ ਸਨ। ਉਹ ਮਹਾਂਪੁਰਖਾਂ ਨੂੰ ਇੱਕ ਦਿਨ ਸਵਾਲ ਕਰਨ ਲੱਗੇ, ਮਹਾਂਪੁਰਖੋ, ਤੁਸੀਂ ਕੋਈ ਨਾਮ ਦੀ ਅਵਸਥਾ ਦੇ ਬਾਰੇ ਚਾਨਣਾ ਪਾਓ। ਮਹਾਂਪੁਰਖ ਕਹਿਣ ਲੱਗੇ, ਡਾਕਟਰ ਸਾਹਿਬ ਤੁਸੀਂ ਵੀ ਅਭਿਆਸੀ ਹੋ, ਪਹਿਲਾਂ ਤੁਸੀਂ ਦੱਸੋ। ਡਾਕਟਰ ਸਾਹਿਬ ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਨਾਮ ਸਿਮਰਨ ਕਰਦਾ ਹਾਂ। ਪਹਿਲਾਂ ਇਸ਼ਨਾਨ, ਫਿਰ ਸਿਮਰਨ, ਫਿਰ ਨਿਤਨੇਮ ਕਰਕੇ ਜਦੋਂ ਮੈਂ ਕਾਰ ਸਟਾਰਟ ਕਰਦਾ ਹਾਂ, ਜਿਹੜੀ ਇੰਜਨ ਵਿੱਚੋਂ ਆਵਾਜ਼ ਆਉਂਦੀ ਹੈ ਅਤੇ ਮੈਨੂੰ ਇਉਂ ਸੁਣਾਈ ਦਿੰਦਾ ਹੈ, ਤੂੰ ਹੀ ਨਿਰੰਕਾਰ, ਧੰਨ ਤੂੰ ਹੀ ਨਿਰੰਕਾਰ। ਇਹ ਮੈਨੂੰ ਆਵਾਜ਼ ਸੁਣਾਈ ਦਿੰਦੀ ਹੈ। ਹੁਣ ਡਾਕਟਰ ਸਾਹਿਬ ਨੇ ਆਪਣੀ ਗੱਲ ਦੱਸੀ ਅਤੇ ਫਿਰ ਕਹਿਣ ਲੱਗਾ, ਮਹਾਂਪੁਰਖੋ ਤੁਸੀਂ ਵੀ ਦੱਸੋ। ਮਹਾਂਪੁਰਖ ਕਹਿਣ ਲੱਗੇ, ਡਾਕਟਰ ਸਾਹਿਬ ਆ ਤੁਹਾਡੇ ਹੱਥ ਵਿੱਚ ਟੂਟੀ ਫੜੀ ਹੋਈ ਹੈ, ਤੁਸੀਂ ਮੇਰੀ ਦਿਲ ਦੀ ਧੜਕਣ ਨੂੰ, ਮੇਰੀ ਨਬਜ਼ ਨੂੰ ਚੈੱਕ ਕਰੋ। ਹੁਣ ਜਦੋਂ ਡਾਕਟਰ ਸਾਹਿਬ ਨੇ ਮਹਾਂਪੁਰਖਾਂ ਦੀ ਉਹ ਟੂਟੀ ਲਾਈ, ਪਹਿਲਾਂ ਉਹ ਛਾਤੀ 'ਤੇ ਲਾਉਂਦੇ ਨੇ, ਫਿਰ ਪੇਟ 'ਤੇ, ਫਿਰ ਪਿਛਲੇ ਪਾਸੇ ਕੰਡ 'ਤੇ, ਪਿੱਠ 'ਤੇ ਵੀ ਲਾਉਂਦੇ ਨੇ, ਫਿਰ ਕਹਿੰਦੇ ਲੰਬਾ ਸਾਹ ਲਓ।
ਹੁਣ ਉਹ ਡਾਕਟਰ ਸਾਹਿਬ ਜਿੱਥੇ ਵੀ ਟੂਟੀ ਲਾਉਣ ਤੇ ਹਰ ਨਾੜੀ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਸੁਣਾਈ ਦੇਵੇ, ਹੋਰ ਕੋਈ ਆਵਾਜ਼ ਹੀ ਨਾ ਸੁਣਾਈ ਦੇਵੇ। ਇਹ ਇੱਕ ਅਵਸਥਾ ਹੁੰਦੀ ਹੈ, ਗੁਰਮੁਖ ਰੋਮ ਰੋਮ ਹਰ ਤੇ ਆਵੇ। ਰੋਮ ਵੀ ਤੇ ਨਾੜੀਆਂ ਹੀ ਨੇ, ਤੇ ਫਿਰ ਰੋਮ ਰੋਮ ਦੇ ਵਿੱਚ ਹਰ ਨਾੜੀ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਜਾਂਦਾ। ਜਦੋਂ ਐਸੀ ਅਵਸਥਾ ਬਣ ਜਾਂਦੀ, ਫਿਰ ਬਾਹਰ ਵੀ ਜਿਹੜੀ ਕੋਈ ਆਵਾਜ਼ ਸੁਣਾਈ ਦਿੰਦੀ, ਉਹਦੇ ਵਿੱਚੋਂ ਵੀ ਇਉਂ ਹੀ ਜਾਪਦਾ ਹੈ ਵੀ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪੀ ਜਾ ਰਹੀ ਹੈ। ਇੱਥੋਂ ਤੱਕ ਜਿਹੜੇ ਪਸ਼ੂ ਪੰਛੀ ਵੀ ਚਹਿਚਹਾਉਂਦੇ ਨੇ, ਜੋ ਬੋਲਤ ਹੈ ਮਿਰਗ ਮੀਨ ਪੰਖੀ ਰੁਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਵੀ ਉਹ ਵੀ ਵਾਹਿਗੁਰੂ ਦਾ ਨਾਮ ਜਪਦੇ ਪ੍ਰਤੀਤ ਹੁੰਦੇ ਨੇ। ਧਰਤੀ ਤੇ ਆਕਾਸ਼ ਵੀ ਸਿਮਰੈ ਧਰਤੀ ਅਰੇ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ। ਇਹ ਨਾਮ ਦੀਆਂ ਅਵਸਥਾ ਸਤਿਗੁਰੂ ਨੇ ਬਾਣੀ ਵਿੱਚ ਲਿਖੀਆਂ ਨੇ। ਹੁਣ ਉਸ ਹਟ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਹਟ ਪੀ ਤੂੰ ਤੂੰ ਕਰਹਿ ਬੋਲਹਿ ਭਲੀ ਬਣ। ਐ ਹਲਟ, ਤੂੰ ਵੀ ਤੂੰ ਦੀ ਆਵਾਜ਼ ਉਚਾਰਨ ਕਰ ਰਿਹਾ ਹੈ। ਤੂੰ ਜਿਹੜਾ ਸ਼ਬਦ ਹੈ ਅਕਾਲ ਪੁਰਖ ਵਾਹਿਗੁਰੂ ਦਾ ਸੰਬੋਧਕ ਹੈ। ਬੋਲਹਿ ਭਲੀ ਬਾਣ, ਇਹ ਬੜੀ ਸ੍ਰੇਸ਼ਟ ਬਾਣੀ ਤੂੰ ਉਚਾਰਨ ਕਰ ਰਿਹਾ। ਤੇਰੇ ਵਿੱਚੋਂ ਵੀ ਤੂੰ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਤੂੰ ਵੀ ਰੱਬ ਦਾ ਸਿਮਰਨ ਕਰ ਰਿਹਾ ਹੈ। ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰਹਿ ਪੁਕਾਰ। ਇਸੇ ਤਰ੍ਹਾਂ ਜੀਵ ਨੂੰ ਉਪਦੇਸ਼ ਦਿੰਦੇ ਨੇ ਕਿ ਐ ਜੀਵ, ਤੂੰ ਵੀ ਹਲਟ ਵਾਂਗੂ ਤੂੰ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ। ਬਹੁਤ ਸ੍ਰੇਸ਼ਟ ਬਾਣੀ ਹੈ। ਆਪਣੀ ਰਸਨਾ ਤੋਂ ਸਹਿਜ ਵਿੱਚ ਵਾਹਿਗੁਰੂ ਵਾਹਿਗੁਰੂ ਜਪਣਾ ਬਹੁਤ ਭਲੀ ਬਾਣੀ ਹੈ। ਸਾਹਿਬ ਸਦਾ ਹਜੂਰ ਹੈ, ਪਰ ਉਹ ਸਾਹਿਬ ਮਾਲਕ ਤੇ ਸਦਾ ਹਾਜ਼ਰ ਨਾਜ਼ਰ ਹੈ। ਉਹ ਤਾਂ ਹਮੇਸ਼ਾ ਤੇਰੇ ਅੰਗ ਸੰਗ ਵਸ ਰਿਹਾ ਹੈ। ਉਹ ਤਾਂ ਤੇਰੇ ਅੰਦਰ ਵਸ ਰਿਹਾ ਹੈ। ਕਿਆ ਉੱਚੀ ਕਰਹਿ ਪੁਕਾਰ, ਉੱਚੀ ਉੱਚੀ ਪੁਕਾਰ ਕੇ ਕਿਹਨੂੰ ਸੁਣਾ ਰਿਹਾ ਹੈ? ਉੱਚੀ ਉੱਚੀ ਬੋਲ ਕੇ ਕਿਹਨੂੰ ਸੁਣਾ ਰਿਹਾ ਹੈ? ਇਹਦਾ ਮਤਲਬ ਇਹ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ ਵੀ ਉਹ ਵਾਹਿਗੁਰੂ ਸਾਡੇ ਅੰਦਰ ਹੈ। ਬਾਹਰਲੀ ਕੋਈ ਵੀ ਆਵਾਜ਼ ਦੁਨੀਆ ਨੂੰ ਸੁਣਨ ਵਾਸਤੇ ਬਣਾਈ ਗਈ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਦਿਲ ਦੀ ਆਵਾਜ਼ ਨੂੰ ਸੁਣਦਾ, ਅੰਦਰਲੀ ਆਵਾਜ਼ ਨੂੰ ਸੁਣਦਾ। ਬਾਹਰਲੀ ਆਵਾਜ਼ ਨੂੰ ਲੋਕ ਸੁਣਦੇ ਨੇ, ਦਿਲ ਦੀ ਆਵਾਜ਼ ਨੂੰ ਪਰਮੇਸ਼ਰ ਸੁਣਦਾ। ਇਸੇ ਲਈ ਹਜੂਰ ਕਹਿੰਦੇ, ਹੇ ਜਗਿਆਸੂ, ਕੀ ਉੱਚੀ ਉੱਚੀ ਪੁਕਾਰ ਰਿਹਾ ਹੈ ਤੇ ਵਾਹਿਗੁਰੂ ਤੇ ਹਾਜ਼ਰ ਨਾਜ਼ਰ ਹੈ। ਤੂੰ ਆਪਣੀ ਸੁਰਤ ਨੂੰ ਅੰਤਰਮੁਖ ਕਰ ਤੇ ਬਸ ਸਿਮਰਨ ਕਰ, ਕਿਸੇ ਨੂੰ ਪਤਾ ਨਾ ਲੱਗੇ, ਤੇ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੋ ਸਕਦੀ ਹੈ। ਤੇ ਜਾਂ ਕਈਆਂ ਦਾ ਸੁਭਾਅ ਹੁੰਦਾ ਹੈ ਬਾਣੀ ਉੱਚੀ ਪੜ੍ਹਦੇ ਨੇ, ਚੰਗੀ ਗੱਲ ਹੈ ਬਾਣੀ ਉੱਚੀ ਪੜ੍ਹਨੀ, ਪਰ ਕਈ ਵਾਰ ਐਸਾ ਹੁੰਦਾ ਹੈ, ਕਈ ਜਿਹੜੇ ਗੁਰਮੁਖ ਨੇ ਵੀ ਉਹ ਸੁਰਤ ਨਾਲ ਅਭਿਆਸ ਕਰਦੇ ਨੇ। ਫਿਰ ਜਦੋਂ ਕੋਈ ਉਹਨਾਂ ਦੇ ਕੋਲ ਉੱਚੀ ਬਾਣੀ ਪੜ੍ਹਦਾ ਹੈ, ਫਿਰ ਉਹਨਾਂ ਦੀ ਸੁਰਤ ਹਿਲਦੀ ਹੈ, ਉਹਨਾਂ ਦਾ ਧਿਆਨ ਉਖੜਦਾ ਹੈ। ਫਿਰ ਉੱਥੇ ਜਿਹੜਾ ਉੱਚੀ ਬਾਣੀ ਪੜ੍ਹਨ ਵਾਲਾ ਉਹਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਜਾਂ ਤਾਂ ਉਹ ਦੂਰ ਹੋ ਕੇ ਬਾਣੀ ਪੜ੍ਹ ਲਵੇ ਜਿੱਥੋਂ ਬਹੁਤੀ ਆਵਾਜ਼ ਕੰਨਾਂ ਵਿੱਚ ਸੁਣਾਈ ਨਾ ਦੇਵੇ, ਅਤੇ ਜੇ ਹੁਣ ਉਹਦੇ ਕੋਲੇ ਬੈਠ ਕੇ ਉੱਚੀ ਬਾਣੀ ਪੜ੍ਹੇਗਾ, ਫਿਰ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਹਿੰਦੇ ਸਨ। ਕਈ ਇਹੋ ਜਿਹੇ ਵੀ ਸੱਜਣ ਹੁੰਦੇ ਨੇ, ਆਪਣੀ ਵਾਹੀ ਜਾਂਦੇ ਨੇ, ਦੂਜੇ ਦੀ ਲਤਾੜੀ ਜਾਂਦੇ ਨੇ। ਇਹਦਾ ਭਾਵ ਤੁਸੀਂ ਸਮਝ ਹੀ ਲਿਆ ਹੋਣਾ ਵੀ ਆਪਣੀ ਵਾਹੀ ਜਾਂਦੇ ਨੇ, ਦੂਜੇ ਦੀ ਮਿੱਧੀ ਜਾਂਦੇ ਨੇ। ਭਾਵ ਦੂਜੇ ਦੀ ਭਗਤੀ ਵਿੱਚ ਵਿਘਨ ਪਾ ਦਿੰਦੇ ਨੇ ਅਤੇ ਆਪਣਾ ਕੰਮ ਸਵਾਰੀ ਜਾਂਦੇ ਨੇ। ਇਹ ਵੀ ਸੁਭਾਅ ਠੀਕ ਨਹੀਂ ਹੁੰਦਾ। ਲਓ ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਹੇ ਜਗਿਆਸੂ, ਵੀ ਉਹ ਵਾਹਿਗੁਰੂ ਤਾਂ ਤੇਰੇ ਹਾਜ਼ਰ ਨਾਜ਼ਰ ਹੈ, ਤੇਰੇ ਕੋਲ ਹੈ, ਅਤੇ ਤੂੰ ਉੱਚੀ ਉੱਚੀ ਬੋਲ ਕੇ ਕਿਹਨੂੰ ਸੁਣਾ ਰਿਹਾ ਹੈ?
ਭਗਤ ਕਬੀਰ ਜੀ ਅੰਮ੍ਰਿਤ ਵੇਲਾ ਸੀ, ਸਿਮਰਨ ਵਿੱਚ ਬੈਠੇ ਸਨ। ਕੋਈ ਮੌਲਵੀ ਮਸਜਿਦ ਦੇ ਬੁਰਜ ਦੇ ਉੱਪਰ ਚੜ੍ਹਿਆ, ਬੜੀ ਉੱਚੀ ਆਵਾਜ਼ ਦੇ ਨਾਲ ਉਸਨੇ ਅਜ਼ਾਨ ਦਿੱਤੀ। ਮੁਸਲਮਾਨ ਨਮਾਜ਼ ਤੋਂ ਪਹਿਲਾਂ ਇੱਕ ਆਵਾਜ਼ ਦਿੰਦੇ ਨੇ, ਉਹਨੂੰ ਅਜ਼ਾਨ ਕਹਿੰਦੇ ਨੇ। ਤੇ ਕਬੀਰ ਭਗਤ ਜੀ ਦਾ ਧਿਆਨ ਉਖੜਿਆ ਤੇ ਉਸ ਵੇਲੇ ਉਹਨਾਂ ਨੇ ਇਹ ਬਚਨ ਕਹੇ ਸਨ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈਂ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗਦੇ ਦਿਲ ਹੀ ਪੀਤਰ ਜੋਏ। ਸਾਹਿਬ ਸਦਾ ਹਜੂਰਾ ਕਿਆ ਉੱਚੀ ਕਰਹਿ ਪੁਕਾਰ। ਉੱਚੀ ਬੋਲ ਕੇ ਕਿਹਨੂੰ ਸੁਣਾਉਂਦੇ ਹੋ, ਰੌਲਾ ਪਾ ਕੇ ਕਿਹਨੂੰ ਸੁਣਾਉਂਦੇ ਹੋ? ਤੁਸੀਂ ਅੰਮ੍ਰਿਤ ਵੇਲੇ ਤਾਂ ਚੁੱਪਚਾਪ ਸ਼ਾਂਤ ਹੋ ਕੇ ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ। ਉਹ ਵਾਹਿਗੁਰੂ ਤੁਹਾਡੇ ਕੋਲ ਹੈ, ਤੁਹਾਡੇ ਨਾਲ ਹੀ ਖੜਾ ਹੈ, ਉਹ ਤੁਹਾਨੂੰ ਸੁਣ ਰਿਹਾ ਹੈ। ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟਹੁ ਕੁਰਬਾਨ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਹਰ ਰੰਗ ਕੀਆ, ਹਰ ਰੰਗ ਪੈਦਾ ਕੀਤਾ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਰੰਗ ਦਾ ਅਰਥ ਆਨੰਦ ਵੀ ਹੈ, ਖੇੜਾ ਵੀ ਹੈ। ਉਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਹਰ ਰੰਗ, ਹਰ ਖੁਸ਼ੀ, ਹਰ ਖੇੜਾ, ਹਰ ਆਨੰਦ ਵੀ ਪੈਦਾ ਕੀਤਾ ਹੈ। ਤਿਸਾ ਵਿਟੋਂ ਕੁਰਬਾਨ, ਅਸੀਂ ਉਸ ਅਕਾਲ ਪੁਰਖ ਤੋਂ ਕੁਰਬਾਨ ਜਾਣੇ ਹਾਂ। ਆਪ ਛੋਡ ਹੈ ਤਾਂ ਸੋਹ ਮਿਲੈ, ਸੱਚਾ ਇਹੋ ਵਿਚਾਰ। ਲੋ ਭਾਈ, ਤੁਹਾਨੂੰ ਇੱਕ ਸੱਚਾ ਵਿਚਾਰ ਦੱਸਦੇ ਹਾਂ, ਸੱਚਾ ਬਚਨ, ਸੱਚਾ ਵਿਵੇਕ ਦਾ ਬਚਨ ਤੁਹਾਨੂੰ ਦੱਸਦੇ ਹਾਂ। ਆਪ ਛੋੜੈ ਤਾਂ ਸਾਹੋ ਮਿਲੇ। ਜੇ ਕੋਈ ਆਪਾ ਭਾਵ ਹੰਕਾਰ ਛੱਡ ਦਿੰਦਾ ਨਾ, ਤੇ ਉਹਨੂੰ ਸਹੁ ਪਤੀ ਪਰਮੇਸ਼ਰ ਮਿਲਦਾ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤਰਾਈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਅਸੀਂ ਹੰਕਾਰ ਵਿੱਚ ਹੁੰਦੇ ਹਾਂ, ਉਸ ਵੇਲੇ ਰੱਬ ਸਾਡੇ ਕੋਲ ਨਹੀਂ ਹੁੰਦਾ। ਜਦੋਂ ਪਰਮੇਸ਼ਰ ਸਾਡੇ ਕੋਲ ਆ ਜਾਂਦਾ ਹੈ, ਤੇ ਫਿਰ ਉੱਥੇ ਹੰਕਾਰ ਨਹੀਂ ਰਹਿੰਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਜੇ ਆਪਾ ਭਾਵ ਛੱਡ ਦਿਓਗੇ ਤਾਂ ਪਤੀ ਪਰਮੇਸ਼ਰ ਮਿਲੇਗਾ, ਤੇ ਵਰਨਾ ਜਿੰਨੇ ਮਰਜ਼ੀ ਸਾਧਨ ਕਰੀ ਜਾਓ, ਪਰ ਤੁਹਾਨੂੰ ਪਰਮੇਸ਼ਰ ਨਹੀਂ ਮਿਲ ਸਕਦਾ। ਹਉਮੈ ਫਿੱਕਾ ਬੋਲਣਾ, ਬੁੱਝ ਨਾ ਸਕਾ ਕਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜੀਵ ਇਸਤਰੀ ਹਉਮੈ ਦੇ ਵਿੱਚ ਫਿੱਕਾ ਬੋਲਦੀ ਹੈ। ਹਜ਼ੂਰ ਦੇ ਬਚਨ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਆ, ਫਿੱਕੇ ਫਿੱਕੀ ਸੋਏ। ਫਿੱਕਾ ਨਹੀਂ ਬੋਲਣਾ ਚਾਹੀਦਾ, ਪਰ ਹੰਕਾਰ ਦੇ ਵਿੱਚ ਆਦਮੀ ਫਿੱਕਾ ਬੋਲਦਾ ਹੈ। ਬੁੱਝ ਨਾ ਸਕਾਂ ਕਾਰ, ਇਸੇ ਲਈ ਜਿਹੜੀ ਵਾਹਿਗੁਰੂ ਦੀ ਕਾਰ ਹੈ, ਆਗਿਆ ਮੰਨ ਕੇ ਸੇਵਾ ਟਹਿਲ ਕਰਨੀ, ਅਸੀਂ ਉਸ ਕਾਰ ਸੇਵਾ ਸਿਮਰਨ ਦੀ ਕਾਰ ਨੂੰ ਸਮਝ ਨਹੀਂ ਸਕਦੇ ਵੀ ਉਹ ਕਿਵੇਂ ਹੁੰਦੀ ਹੈ। ਜੇ ਆਪਾਂ ਹੰਕਾਰ ਛੱਡ ਕੇ ਤੇ ਮਿੱਠੇ ਬਚਨ ਬੋਲਾਂਗੇ, ਤੇ ਫਿਰ ਸਾਨੂੰ ਇਸ ਗੱਲ ਦੀ ਸਮਝ ਆਵੇਗੀ ਵੀ ਕਿਵੇਂ ਗੁਰੂ ਦੀ ਆਗਿਆ ਵਿੱਚ ਰਹਿ ਕੇ ਭਗਤੀ ਕਰਨੀ ਚਾਹੀਦੀ ਹੈ। ਵਨ ਤ੍ਰਿਣ ਤ੍ਰਿਭਵਨ ਤੁਝੈ ਧਿਆਏ ਦਾ, ਅਨ ਦਿਨ ਸਦਾ ਵਿਹਾਨ। ਕੋਈ ਇਹ ਵੀ ਹੰਕਾਰ ਨਾ ਕਰ ਬੈਠੇ ਵੀ ਮੈਂ ਬਹੁਤਾ ਭਜਨ ਕਰਦਾ ਹਾਂ। ਤਾਂ ਹਜ਼ੂਰ ਕਹਿੰਦੇ ਨੇ, ਵਣ ਤ੍ਰਿਣ ਤ੍ਰਿਭਵਨ ਤੁਝੈ ਧਿਆਏ ਦਾ। ਹੇ ਵਾਹਿਗੁਰੂ ਜੀ, ਵਣ ਜੰਗਲ, ਤ੍ਰਿਣ ਇੱਕ ਇੱਕ ਕੱਖ ਦਾ ਬੂਟਾ, ਤੇ ਤਿੰਨੇ ਭਵਨ ਤੈਨੂੰ ਧਿਆਉਂਦੇ ਨੇ। ਕਿਸੇ ਗੱਲ ਦਾ ਮਾਣ ਨਾ ਕਰ ਲਿਓ। ਤਿੰਨੇ ਲੋਕ, ਸਾਰਾ ਸੰਸਾਰ, ਤੇ ਇੱਕ ਇੱਕ ਤ੍ਰਿਣ, ਸਰੀਰ ਤੇ ਜੀਵ, ਉਹ ਤੈਨੂੰ ਧਿਆਰਿਆ ਹੈ। ਅੰਦਨ ਸਦਾ ਵਿਹਾਨ, ਤੇ ਦਿਨ ਰਾਤ ਉਹਨਾਂ ਦਾ ਸਿਮਰਨ ਕਰਦਿਆਂ ਹੀ ਗੁਜ਼ਰਦਾ ਹੈ। ਬਿਨ ਸਤਿਗੁਰ ਕਿਨੈ ਨਾ ਪਾਇਆ, ਕਰ ਕਰ ਥਕੇ ਵਿਚਾਰ। ਅਥਵਾ ਵਣ ਤ੍ਰਿਣ ਤ੍ਰਿਭਵਨ ਤੁਝੈ ਧਿਆਏ ਦਾ। ਵਣ ਦਾ ਅਰਥ ਹੈ ਸਰੀਰ, ਤ੍ਰਿਣ ਦਾ ਅਰਥ ਹੈ ਇੰਦਰੀਏ, ਤੇ ਤ੍ਰਿਭਵਨ ਤੋਂ ਭਾਵ ਹੈ ਜਾਗਰਤ ਸੁਪਨ ਸੁਖੋਪ, ਤਿੰਨ ਅਵਸਥਾ। ਗੁਰਮੁਖ ਹਮੇਸ਼ਾ ਲਈ ਤੁਹਾਨੂੰ ਹੀ ਧਿਆਉਂਦੇ ਨੇ, ਸਰੀਰ ਕਰਕੇ ਵੀ, ਇੰਦਰੀਆਂ ਕਰਕੇ ਵੀ, ਤੇ ਤਿੰਨੇ ਅਵਸਥਾ ਦੇ ਵਿੱਚ ਤੈਨੂੰ ਧਿਆਉਂਦੇ ਨੇ। ਅੰਦਨ ਸਦਾ ਵਿਹਾਨ, ਤੇ ਦਿਨ ਰਾਤ ਹਮੇਸ਼ਾ ਲਈ ਸਿਮਰਨ ਦੇ ਵਿੱਚ ਹੀ ਉਹਨਾਂ ਦਾ
ਸਮਾਂ ਬਤੀਤ ਹੁੰਦਾ ਹੈ। ਬਿਨ ਸਤਿਗੁਰ ਕਿਨੈ ਨਾ ਪਾਇਆ, ਕਰ ਕਰ ਥਕੇ ਵਿਚਾਰ। ਬਈ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਕਰ ਕਰ ਥੱਕੇ ਵਿਚਾਰ, ਜਿੰਨੇ ਵੱਡੇ ਵੱਡੇ ਵਿਦਵਾਨ ਨੇ, ਰਿਸ਼ੀ ਮੁਨੀ ਨੇ, ਉਹ ਵਿਚਾਰ ਕਰ ਕਰਕੇ ਥੱਕ ਗਏ ਨੇ। ਧਰਮ ਗ੍ਰੰਥਾਂ ਦੀ ਵਿਚਾਰ ਕਰ ਕਰਕੇ ਹੰਭ ਗਏ ਨੇ। ਪਰ ਤੱਤ ਇਹ ਨਿਕਲਿਆ ਹੈ ਵੀ ਕੱਲੀਆਂ ਕਿਤਾਬਾਂ ਪੜ੍ਹ ਕੇ, ਇਕੱਲੇ ਗ੍ਰੰਥ ਪੜ੍ਹ ਕੇ ਰੱਬ ਨਹੀਂ ਮਿਲਦਾ। ਗੁਰੂ ਦੀ ਸ਼ਰਨ ਆਉਣਾ ਪੈਂਦਾ ਹੈ ਅਤੇ ਗੁਰੂ ਦੀ ਆਗਿਆ ਮੰਨਣੀ ਪੈਂਦੀ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਮਿਲਦਾ ਹੈ। ਨਦਰ ਕਰਹਿ ਜੇ ਆਪਣੀ, ਤਾਂ ਆਪੇ ਲਹਿ ਸਵਾਰ। ਲਓ, ਜਦੋਂ ਵਾਹਿਗੁਰੂ ਪਰਮੇਸ਼ਰ ਆਪਣੀ ਮਿਹਰ ਦੀ ਨਜ਼ਰ ਦ੍ਰਿਸ਼ਟੀ ਕਰ ਦਿੰਦਾ ਹੈ ਤਾਂ ਆਪੇ ਲਹਿ ਸਵਾਰ। ਫਿਰ ਉਹ ਆਪ ਹੀ ਕਿਰਪਾ ਕਰਕੇ ਸਾਡੇ ਜੀਵਨ ਨੂੰ ਸਵਾਰ ਦਿੰਦੇ। ਨਦਰ ਕਰਹਿ ਜੇ ਆਪਣੀ, ਜੇ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ ਅਤੇ ਗੁਰੂ ਕਾ ਸ਼ਬਦ ਸਾਡੇ ਜੀਵਨ ਨੂੰ ਸਵਾਰ ਦਿੰਦਾ ਹੈ। ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪਰਵਾਣ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਰਾਹੀਂ ਆਪ ਜੀ ਨੂੰ ਧਿਆਇਆ ਹੈ, ਆਏ ਸੇ ਪਰਵਾਣ, ਵੀ ਉਹ ਸੰਸਾਰ ਵਿੱਚ ਆਏ ਹੋਏ ਪਰਵਾਣ ਸਮਝੇ ਜਾਂਦੇ ਨੇ। ਬਾਕੀ ਤੇ ਜਿਹੇ ਆਏ ਜਿਹੇ ਨਾ ਆਏ, ਪਰ ਦੁਨੀਆ ਵਿੱਚ ਆਉਣਾ ਸਫਲ ਉਹਨਾਂ ਦਾ ਹੈ ਜਿਹੜੇ ਗੁਰੂ ਵਾਲੇ ਹੋ ਕੇ ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਯੋਗੀ ਆਇਆ ਹੈ। ਉਹ ਆ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਇਹ ਦੱਸੋ ਯੋਗ ਕਿਵੇਂ ਪ੍ਰਾਪਤ ਹੋ ਸਕਦਾ ਹੈ। ਯੋਗ ਦਾ ਮੁੱਖ ਸੂਤਰ ਹੈ ਯੋਗਾਸ ਚਿਤ ਬਿਰਤੀ ਨਿਰੋਧਾ। ਚਿਤ ਬਿਰਤੀ ਨੂੰ ਰੋਕਣਾ, ਚਿਤ ਬਿਰਤੀ ਨੂੰ ਇਕਾਗਰ ਕਰਨਾ, ਇਹ ਯੋਗ ਦਾ ਮੁੱਖ ਸੂਤਰ ਹੈ। ਇੱਥੇ ਯੋਗ ਦਾ ਅਰਥ ਵਾਹਿਗੁਰੂ ਨਾਲ ਮਿਲਾਪ ਦਾ ਹੈ। ਯੋਗ ਨਾ ਭਗਵੀਂ ਕੱਪੜੀ, ਜੇ ਕੋਈ ਭਗਵੇਂ ਕੱਪੜੇ ਪਾ ਲਵੇ, ਇਹਦੇ ਨਾਲ ਵੀ ਯੋਗ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਗੇਰੂ ਰੰਗੇ ਕੱਪੜੇ ਪਾ ਕੇ ਕਈ ਸਾਧ ਭਗਵੇਂ ਕੱਪੜੇ ਪਾਉਂਦੇ ਨੇ, ਇਹਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਜੋਗ ਨਾ ਮੈਲੇ ਵੇਸ, ਤੇ ਕਈ ਮੈਲੇ ਕੱਪੜੇ ਪਾਈ ਫਿਰਦੇ ਨੇ, ਲੋਕਾਂ ਨੂੰ ਦਿਖਾਉਂਦੇ ਨੇ ਵੀ ਸਾਨੂੰ ਕੋਈ ਪਰਵਾਹ ਹੀ ਨਹੀਂ ਹੈ ਕਿਸੇ ਦੀ। ਮੈਲੇ ਕੱਪੜੇ ਪਾ ਕੇ ਭਾਲਦੇ ਨੇ ਵੀ ਅਸੀਂ ਸਾਦਗੀ ਵਿੱਚ ਰਹਿੰਦੇ ਹਾਂ, ਅਸੀਂ ਸ਼ੌਕੀਨੀ ਨਹੀਂ ਲਾਉਂਦੇ ਵੀ ਇਉਂ ਸਾਨੂੰ ਰੱਬ ਮਿਲ ਜਾਵੇਗਾ। ਮੈਲੇ ਵੇਸ ਧਾਰਨ ਕਰਕੇ ਵੀ ਪਾਈ ਪਰਮੇਸ਼ਰ ਨਹੀਂ ਮਿਲਦਾ। ਇਹਦਾ ਮਤਲਬ ਇਹ ਹੈ, ਕੱਪੜੇ ਤੇ ਜਿਹੋ ਜਿਹੇ ਮਰਜ਼ੀ ਪਾ ਲਵੋ, ਪਰ ਸਾਦੇ ਹੋਣੇ ਚਾਹੀਦੇ ਨੇ, ਸਾਫ਼ ਹੋਣੇ ਚਾਹੀਦੇ ਨੇ। ਜੇ ਭਗਤੀ ਕਰਨੀ ਹੈ, ਖਾਸ ਕਰਕੇ ਉਸ ਵੇਲੇ ਸਰੀਰ ਵੀ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਵਸਤਰ ਵੀ ਸਾਫ਼ ਪਵਿੱਤਰ ਹੋਣੇ ਚਾਹੀਦੇ ਨੇ। ਅਤੇ ਫਿਰ ਬਾਣੀ ਪੜ੍ਹੋ, ਫਿਰ ਸਿਮਰਨ ਕਰੋ। ਹਜ਼ੂਰ ਕਹਿੰਦੇ ਨਾ ਤੇ ਭਗਵੇਂ ਕੱਪੜਿਆਂ ਦੇ ਨਾਲ ਹੀ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ ਅਤੇ ਨਾ ਹੀ ਮੈਲੇ ਵੇਸ ਧਾਰਨ ਕਰਕੇ ਕਦੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਆਹ ਹੈ ਗੁਰਮਤਿ ਦਾ ਸਿਧਾਂਤ ਵੀ ਘਰ ਬੈਠਿਆਂ ਹੀ ਤੁਹਾਨੂੰ ਯੋਗ ਪ੍ਰਾਪਤ ਹੋ ਸਕਦਾ ਹੈ, ਵਾਹਿਗੁਰੂ ਦਾ ਮਿਲਾਪ ਹਾਸਲ ਹੋ ਸਕਦਾ ਹੈ। ਕਿਵੇਂ? ਸਤਿਗੁਰ ਕੈ ਉਪਦੇਸ਼, ਸਤਿਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਭਗਵੇਂ ਕੱਪੜੇ ਪਾ ਕੇ ਨਹੀਂ, ਮੈਲੇ ਵੇਸ ਧਾਰਨ ਕਰਕੇ ਨਹੀਂ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਫਿਰ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਇਹ ਐਸਾ ਸੁੰਦਰ ਉਪਦੇਸ਼ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ 4 ਰੰਗ ਬਖਸ਼ੇ ਨੇ, ਨੀਲਾ, ਕਾਲਾ, ਚਿੱਟਾ ਤੇ ਪੀਲਾ। ਇਹ ਰੰਗ 4 ਰੰਗ ਅੰਮ੍ਰਿਤਧਾਰੀ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨੇ ਚਾਹੀਦੇ ਨੇ। ਇਹ ਖਾਲਸੇ ਦੇ ਰੰਗ ਨੇ। ਬਾਕੀ ਸਾਦੇ ਰੰਗ ਤੇ ਸਵੱਛ ਵਸਤਰ ਪਹਿਨਣੇ ਚਾਹੀਦੇ ਨੇ। ਇਹ ਸਤਿਗੁਰੂ ਦਾ ਹੁਕਮ ਹੈ। ਜਿਵੇਂ ਅਸੀਂ ਚਟਕੀਲੇ ਪਟਕੀਲੇ
ਤੇ ਜ਼ਿਆਦਾ ਫੈਸ਼ਨਾਂ ਵਾਲੇ ਕੱਪੜੇ ਪਾਉਂਦੇ ਹਾਂ, ਉਹਦੇ ਨਾਲ ਆਪਣਾ ਮਨ ਵੀ ਚੰਚਲ ਹੁੰਦਾ ਹੈ ਤੇ ਦੂਸਰਿਆਂ ਦੇ ਮਨਾਂ ਦੇ ਵਿੱਚ ਵੀ ਚੰਚਲਤਾ ਪੈਦਾ ਹੁੰਦੀ ਹੈ। ਇਸੇ ਲਈ ਸਤਿਗੁਰੂ ਦਾ ਹੁਕਮ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਭੜਕੀਲੇ ਬਸਤਰ ਪਾਉਣ ਦੇ ਨਾਲ ਮਨ ਦੇ ਵਿੱਚ ਕਾਮ ਫੁਰਦਾ ਹੈ ਤੇ ਸਾਦੇ ਕੱਪੜਿਆਂ ਦੇ ਵਿੱਚ ਰਾਮ ਵਾਹਿਗੁਰੂ ਚੇਤੇ ਆਉਂਦਾ ਹੈ। ਇਸ ਲਈ ਸਾਦੇ ਕੱਪੜੇ, ਸਾਦੀ ਖੁਰਾਕ ਤੇ ਸਾਦੀ ਪੁਸ਼ਾਕ ਧਾਰਨ ਕਰੋ, ਫਿਰ ਤੁਸੀਂ ਆਰੋਗ ਰਹਿ ਸਕਦੇ ਹੋ। ਚਾਰੇ ਕੁੰਡਾ ਜੇ ਭਵਹਿ, ਵੇਦ ਪੜ੍ਹੈ ਜੁਗ ਚਾਰ। ਲੋ ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਮੋਖ ਦੁਆਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਹਾਜ਼ੂਰ ਕਹਿੰਦੇ ਚਾਰੇ ਕੁੰਡਾਂ ਜੇ ਭਵਹਿ, ਹੇ ਭਾਈ ਜੇ ਚਾਰੇ ਕੁੰਟਾਂ ਦੇ ਵਿੱਚ ਚਾਰ ਮੁੱਖ ਦਿਸ਼ਾ ਨੇ, ਉੱਤਰ ਦੱਖਣ ਪੂਰਬ ਤੇ ਪੱਛਮ, ਇਹਨਾਂ ਚਾਰੇ ਕੁੰਟਾਂ ਦੇ ਵਿੱਚ ਜੇ ਤੂੰ ਚੱਕਰ ਲਾ ਲਵੇਂ, ਵੇਦ ਪੜ੍ਹੈ ਜੁਗ ਚਾਰ, ਤੇ ਚਾਰ ਵੇਦ ਨੇ ਸ਼ਾਮ ਵੇਦ ਰਗ ਜੁਜਰ ਅਥਰਬਣ, ਇਹਨਾਂ ਚਾਰ ਵੇਦਾਂ ਨੂੰ ਵੀ ਪੜ੍ਹ ਲਵੇਂ। ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵਹਿ ਮੋਖ ਦੁਆਰ। ਯੁਗ ਚਾਰ ਵੀ ਚਾਰ ਯੁੱਗਾਂ ਤੱਕ ਵੇਦ ਪੜ੍ਹੀ ਜਾਵੇਂ ਤਾਂ ਵੀ ਕੁਝ ਵੀ ਲਾਭ ਨਹੀਂ ਪ੍ਰਾਪਤ ਹੋਣਾ। ਨਾਨਕ ਸਾਚਾ ਭੇਟੈ ਹਰ ਮਨ ਵਸੈ। ਹਾਜ਼ੂਰ ਕਹਿੰਦੇ ਜੇ ਸੱਚਾ ਸਤਿਗੁਰੂ ਮਿਲੇਗਾ, ਹਰ ਮਨ ਵਸੈ, ਫਿਰ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ। ਇਹ ਵਾਹਿਗੁਰੂ ਦੇ ਮਿਲਣ ਦਾ ਤਰੀਕਾ ਹੈ ਵੀ ਜੇ ਸੱਚਾ ਸਤਿਗੁਰੂ ਮਿਲ ਜਾਵੇ ਤੇ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸ ਜਾਵੇ, ਪਾਵਹਿ ਮੋਖ ਦੁਆਰ, ਫਿਰ ਤੂੰ ਮੁਕਤੀ ਦਾ ਦਰ ਗਿਆਨ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਬਿਨਾਂ ਮੁਕਤੀ ਦਾ ਦਰ ਨਹੀਂ ਪ੍ਰਾਪਤ ਹੋਵੇਗਾ। ਨਾਨਕ ਹੁਕਮ ਵਰਤੈ ਖਸਮ ਕਾ, ਮਤ ਭਵੀ ਫਿਰਹਿ ਚਲ ਚਿਤ। ਲੋ ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਬੰਦੇ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਵਾਹਿਗੁਰੂ ਦਾ ਹੁਕਮ ਵਰਤ ਰਿਹਾ ਸਭ ਥਾਵਾਂ ਤੇ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝਾ ਤਾਂ ਹਉਮੈ ਕਹਿ ਨਾ ਕੋਈ। ਵੀ ਵਾਹਿਗੁਰੂ ਦਾ ਹੁਕਮ ਵਰਦਾ ਸਭ ਥਾਵਾਂ ਤੇ। ਮਤ ਭਵੀ ਫਿਰੈ ਚਲ ਚਿਤ, ਜਿਨ੍ਹਾਂ ਦੀ ਮਤ, ਭਵੀ ਦਾ ਅਰਥ ਹੈ ਪਹੁੰ ਗਈ ਹੈ, ਜਿਨ੍ਹਾਂ ਦੀ ਮਤ ਉਲਟੀ ਹੋ ਜਾਂਦੀ ਹੈ, ਫਿਰ ਇਹ ਚਲ ਚਿਤ, ਉਹਨਾਂ ਦੇ ਚਿੱਤ ਚੰਚਲ ਹੋ ਜਾਂਦੇ ਨੇ ਤੇ ਫਿਰ ਇੱਧਰ ਉੱਧਰ ਭਟਕਦੇ ਫਿਰਦੇ ਨੇ। ਚੰਗੇ ਮਾੜੇ ਥਾਵਾਂ ਤੇ ਉਹ ਇੱਧਰ ਉੱਧਰ ਭਟਕਦੇ ਫਿਰਦੇ ਹਨ ਵੀ ਸ਼ਾਇਦ ਸਾਨੂੰ ਕਿਧਰੋਂ ਕੁਝ ਮਿਲ ਜਾਵੇਗਾ। ਮਨਮੁਖ ਸੋ ਕਰ ਦੋਸਤੀ, ਸੁਖ ਕੈ ਪੁੱਛਹਿ ਮਿਤ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਕਿਸੇ ਬੰਦੇ ਦੀ ਮਤ ਭੌਂ ਜਾਂਦੀ ਹੈ, ਨਾਸ਼ ਕਾਲੇ ਵਿਪਰੀਤ ਬੁੱਧਿਆ, ਫਿਰ ਉਹ ਗਲਤ ਪਾਸੇ ਤੁਰ ਪੈਂਦਾ। ਹਾਜ਼ੂਰ ਸਾਨੂੰ ਸਿੱਖਿਆ ਦਿੰਦੇ ਨੇ, ਪਾਏ ਮਨਮੁਖਾਂ ਦੇ ਨਾਲ ਦੋਸਤੀ ਕਰਕੇ ਸੁੱਖ ਕੇ ਪੁੱਛਿਆ ਮਿੱਤ। ਉਹ ਮਿੱਤਰੋ ਤੁਸੀਂ ਸੁੱਖ ਪੁੱਛਦੇ ਹੋ ਵੀ ਸਾਨੂੰ ਸੁੱਖ ਪ੍ਰਾਪਤ ਹੋਵੇਗਾ। ਮਨਮੁਖਾਂ ਦੇ ਨਾਲ ਦੋਸਤੀ ਕਰਕੇ ਕਦੇ ਤੁਹਾਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਲਾਏ ਚਿਤ। ਫਿਰ ਮਹਾਰਾਜ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ। ਹਾਜ਼ੂਰ ਕਹਿੰਦੇ ਗੁਰਮੁਖਾਂ ਦੇ ਨਾਲ ਦੋਸਤੀ ਕਰੋ। ਗੁਰਮੁਖ ਉਹ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ, ਗੁਰੂ ਦੀ ਆਗਿਆ ਮੰਨਦੇ ਨੇ, ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੰਦੇ ਨੇ, ਜਿਹੜੇ ਗੁਰੂ ਜੋਗੇ ਬਣ ਜਾਂਦੇ ਨੇ, ਉਹਨਾਂ ਗੁਰਮੁਖਾਂ ਦੇ ਨਾਲ ਦੋਸਤੀ ਕਰੋ। ਸਤਿਗੁਰ ਸੋ ਲਾਏ ਚਿੱਤ, ਤੇ ਨਾਲ ਹੀ ਭਾਈ ਉਹਨਾਂ ਗੁਰਮੁਖਾਂ ਦੀ ਪ੍ਰੇਰਣਾ ਅਨੁਸਾਰ ਤੇ ਸਤਿਗੁਰੂ ਦੇ ਨਾਲ ਚਿੱਤ ਨੂੰ ਜੋੜੀ ਰੱਖੋ। ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿਤ। ਜਦੋਂ ਸਤਿਗੁਰੂ ਦੇ ਨਾਲ ਚਿੱਤ ਜੁੜੇਗਾ, ਜੰਮਣ ਮਰਨ ਕਾ ਮੂਲ ਕਟਿਆ, ਜਨਮ ਮਰਨ ਦਾ ਮੂਲ ਕਾਰਨ ਕੀ ਹੈ? ਅਗਿਆਨ। ਅਗਿਆਨ ਕਟਿਆ ਜਾਵੇਗਾ। ਅਥਵਾ ਜੰਮਣ ਮਰਨ ਦਾ ਮੂਲ ਕਾਰਨ ਕੀ ਹੈ? ਹਉਮੈ ਹੰਕਾਰ। ਹਉਮੈ ਹੰਕਾਰ ਕਰਕੇ ਹਉਮੈ ਇਹਾ ਜਨਮੈ, ਹਉਮੈ ਕਰਮ ਕਮਾਏ। ਇਹ ਹਉਮੈ ਦੇ ਵਿੱਚ ਹੀ ਜਨਮ ਮਰਨ ਹੁੰਦਾ। ਇਹ ਜਨਮ ਮਰਨ ਦਾ ਮੂਲ ਹਉਮੈ ਤੇ ਅਗਿਆਨ ਹੈ। ਇਹ ਕਟਿਆ ਜਾਵੇਗਾ ਤਾਂ ਸੁਖ ਹੋਵੀ ਮਿਤ। ਹੈ ਮਿੱਤਰਾ, ਤਾਂ ਜਾ ਕੇ ਕਿਧਰੇ ਤੁਹਾਨੂੰ ਅਸਲੀ ਸੁਖ ਪ੍ਰਾਪਤ ਹੋ ਸਕਦਾ ਹੈ। ਭੁੱਲਿਆਂ ਆਪ ਸਮਝਾਏ ਸੀ, ਜਾ ਕੋ ਨਦਰ ਕਰੇ। ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਭੁੱਲਿਆਂ ਭਟਕਿਆਂ ਨੂੰ
ਉਹ ਵਾਹਿਗੁਰੂ ਆਪ ਹੀ ਸਮਝਾਉਂਦਾ ਹੈ। ਕਦੋਂ ਜਾ ਕੋ ਨਦਰ ਕਰੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਕਰ ਦਿੰਦਾ ਹੈ, ਤੇ ਫਿਰ ਉਹ ਗੁਰੂ ਦੀ ਸ਼ਰਨ ਆਉਂਦੇ ਨੇ, ਤੇ ਭੁੱਲਿਆਂ ਨੂੰ ਗੁਰੂ ਰਾਹੀਂ ਵਾਹਿਗੁਰੂ ਪਰਮੇਸ਼ਰ ਸਮਝਾਉਂਦਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਜਿਨ੍ਹਾਂ ਤੇ ਵਾਹਿਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਕਰਦਾ ਹੈ, ਫਿਰ ਗੁਰੂ ਰਾਹੀਂ ਉਹਨਾਂ ਭੁੱਲਿਆਂ ਨੂੰ ਸਿੱਧੇ ਰਾਹ ਪਾਉਂਦਾ ਹੈ। ਨਾਨਕ ਨਦਰੀ ਬਾਹਰੀ ਕਰਨ ਭਲਾਹਾ ਕਰੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੀ ਨਜ਼ਰ ਤੋਂ ਬਿਨਾਂ ਕਰਨ ਪਲਾਹ ਕਰੇ ਆਦਮੀ, ਕੀਰਨੇ ਤੇ ਪਲਾਹ ਵਿਰਲਾਪ ਹੀ ਕਰਦਾ ਰਹਿੰਦਾ। ਕੀਰਨੇ ਪਾਉਂਦਾ ਰਹਿੰਦਾ ਤੇ ਪਲਾਹ ਵਿਰਲਾਪ ਕਰਦਾ ਰਹਿੰਦਾ ਹੈ। ਕਰਨ ਪਲਾਹ ਕਰੇ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਜਿਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਨਹੀਂ ਹੁੰਦੀ, ਫਿਰ ਉਹ ਕੀਰਨੇ ਪਾਉਂਦਾ, ਦੁੱਖ ਦੇ ਵਿੱਚ ਵਿਰਲਾਪ ਕਰਦਾ ਹੈ, ਤੇ ਨਾਲ ਹੀ ਪਲਾਹ ਯਤਨ ਵੀ ਕਰਦਾ। ਕਾਰਨ ਕੀਰਨੇ ਪਲਾਹ ਯਤਨ, ਕੀਰਨੇ ਵੀ ਪਾਉਂਦਾ ਤੇ ਯਤਨ ਵੀ ਕਰਦਾ ਬਈ ਮੈਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ, ਮੈਨੂੰ ਸੁੱਖ ਪ੍ਰਾਪਤ ਹੋ ਜਾਵੇ, ਪਰ ਉਹਦੀ ਇੱਛਾ ਪੂਰੀ ਨਹੀਂ ਹੁੰਦੀ। ਕਿਉਂ? ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਗੁਰੂ ਦੀ ਸ਼ਰਨ ਵਿੱਚ ਆਏ ਤੋਂ ਬਿਨਾਂ ਉਹਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਗਰੀਬਨ ਵਾਜ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਜੇ ਜੀਵਨ ਦਾ ਸੁੱਖ ਪ੍ਰਾਪਤ ਕਰਨਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ। ਗੁਰੂ ਦੀ ਸ਼ਰਨ ਵਿੱਚ ਆਓ, ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ। ਨਹੀਂ ਤੇ ਫਿਰ ਕੀਰਨੇ ਪਾਉਣੇ ਪੈਣਗੇ ਤੇ ਵਿਰਲਾਪ ਹੀ ਕਰਨਾ ਪਵੇਗਾ। ਤੇ ਜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਓਗੇ, ਇਹ ਹੈ ਪਾਵਨ ਬਾਣੀ ਦੀ ਵਿਚਾਰ। ਇੱਥੇ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਸ਼ਲੋਕ ਸੰਪੂਰਨ ਹੋਏ ਨੇ, ਜਿਹੜੇ ਵਾਰਾਂ ਤੋਂ ਵਧੀਕ ਸਨ, ਵਾਰਾਂ ਦੇ ਵਿੱਚ ਲਿਖਣੋਂ ਵਧੇ ਸਨ, ਬਚੇ ਹੋਏ ਸਨ। ਉਹ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾ ਦਿੱਤੇ। ਇਹਨਾਂ ਦੀ ਗਿਣਤੀ 67 ਹੈ। ਇਹ 67 ਸ਼ਲੋਕਾਂ ਦੀ ਕਥਾ ਸਤਿਗੁਰੂ ਦੀ ਮਿਹਰ ਦੁਆਰਾ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ ਇਹ ਕਥਾ ਦਾ ਭਾਵ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭੁੱਲਿਆਂ ਆਪ ਸਮਝਾਏ ਸੀ, ਜਾ ਕੋ ਨਦਰ ਕਰੇ। ਨਾਨਕ ਨਦਰੀ ਬਾਹਰੀ ਕਰਨ ਪਲਾਹਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।